ਸਿਆਸਤਾਂ ਦੇ ਵੀ ਆਪਣੇ ਹੀ ਰੰਗ ਹੁੰਦੇ ਆ। ਕੋਈ ਦੌਰ ਹੁੰਦਾ ਸੀਗਾ ਪੰਜਾਬ ਦੇ ਵਿੱਚ ਚਿੱਟੀਆਂ ਪੱਗਾਂ ਵਾਲਿਆਂ ਨੂੰ ਸਿਰਫ ਕਾਂਗਰਸੀ ਹੀ ਮੰਨਿਆ ਜਾਂਦਾ ਸੀ ਤੇ ਨੀਲੀ ਵਾਲੇ ਅਕਾਲੀ। ਇਹ ਦੋਵੇਂ ਬਿਹਤਰ ਰੰਗ ਪਾਰਟੀਆਂ ਨੇ ਮੰਨ ਲਏ ਤੇ ਆਮ ਇਨਸਾਨ ਲਈ ਰੰਗ ਬਹੁਤੇ ਪਾਉਣੇ ਔਖੇ ਹੋ ਗਏ। ਹੁਣ ਜਿਹਨੂੰ ਆਮ ਆਦਮੀ ਕਹੀਦਾ ਸੀਗਾ ਵੀ ਆਮ ਆਦਮੀ ਲਈ ਔਖਾ ਹੋ ਗਿਆ ਰੰਗ ਚੁਣਨੇ, ਤੇ ਅਗਲਿਆਂ ਨੇ ਆਮ ਆਦਮੀ ਚੁਣ ਲਿਆ ਪਾਰਟੀ ਦੇ ਰੂਪ 'ਚ। ਸਿਆਸਤਾਂ ਦੇ ਰੰਗ ਨੇ। ਅੱਜ ਇੰਦਰਪ੍ਰੀਤ ਜੀ ਨੇ ਸਜਾਈ ਹੋਈ ਹੈ ਚਿੱਟੀ ਦਸਤਾਰ, ਪੂਰੇ ਕਾਂਗਰਸੀ ਲੱਗਦੇ, ਪੁਰਾਣੇ ਟਕਸਾਲੀ ਕਾਂਗਰਸੀ। ਤੇ ਕਾਂਗਰਸ ਤੇ ਰਫੜ ਦੀ ਗੱਲ ਕਰਦੇ ਆ, ਇੱਕ ਨਹੀਂ ਦੋ ਨਹੀਂ ਤਿੰਨ ਜਗ੍ਹਾ ਦਾ ਰਫੜ ਹੈ। ਵੈਸੇ ਤੇ ਸਿਆਸਤ ਵਿੱਚ ਕਲੇਸ਼ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰੀਕੇ ਨਾਲ ਸੰਦੀਪ ਜਾਖੜ ਤੇ ਰਾਜਾ ਵੜਿੰਗ ਚ ਪੇਚਾ ਫਸਿਆ, ਤੇ ਪਰਲੇ ਬੰਨੇ ਤੁਸੀਂ ਜਾਓਗੇ ਛੱਤੀਸਗੜ੍ਹ ਦੇ ਵਿੱਚ ਕੇਜਰੀਵਾਲ ਸਾਹਿਬ ਫਾਨਾ ਠੋਕ ਆਏ ਜਾ ਕੇ ਚੰਗੀ ਭਲੀ ਚੱਲਦੀ ਸਰਕਾਰ ਦੇ ਵਿੱਚ। ਜਿਹੜੀ ਅਗਲੀ ਮੀਟਿੰਗ ਹੈ ਇੰਡੀਆ ਦੀ, ਉਹਦੇ ਤੋਂ ਪਹਿਲਾਂ ਇਹ ਵੀ ਮੁੱਦਾ ਬਣ ਗਿਆ, ਉੱਥੇ ਵੀ ਰੌਲਾ ਪਊ, ਰਫੜ ਪਊ, ਝੱਜੂ ਪਊ। ਲੇਕਿਨ ਮਮਤਾ ਬੈਨਰਜੀ ਦੇ ਗੜ੍ਹ ਦੇ ਵਿੱਚ ਜਾ ਕੇ ਕਾਂਗਰਸ ਨੇ ਧੂਣੀ ਦਿਖਾਤੀ, ਰੌਲਾ ਉੱਥੇ ਵੀ ਪਈ ਜਾਂਦਾ। ਉਹਨਾਂ ਦਾ ਵੀ ਚੰਗਾ ਭਲਾ ਬੰਦਾ ਤ੍ਰਿਣਮੂਲ ਕਾਂਗਰਸ ਦਾ ਚੱਕ ਕੇ ਇਹਨਾਂ ਨੇ ਮੁੱਦਾ ਦਿੱਤਾ। ਖੈਰ, ਜੇ ਸਿਆਸਤ ਹੋਵੇ ਜਿੱਥੇ ਉੱਥੇ ਮੁੱਦਾ ਨਾ ਹੋਵੇ ਸੰਭਵ ਨਹੀਂ ਹੁੰਦਾ। ਮੈਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ। ਬਹੁਤ ਸਮਾਂ ਪਹਿਲਾਂ ਇੱਕ ਹਰ ਸਾਲ ਦੀ ਟ੍ਰੈਡੀਸ਼ਨ ਹੁੰਦੀ ਸੀ ਸਾਹਿਤਕਾਰਾਂ ਨੂੰ ਇਨਾਮ ਸਨਮਾਨ, ਫਿਰ ਲਗਭਗ ਬੰਦ ਵਰਗਾ ਸਿਲਸਿਲਾ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕਈ ਸਾਲਾਂ ਦੇ ਇਨਾਮ ਸਨਮਾਨ ਦੇ ਵਿੱਚ ਸ਼੍ਰੋਮਣੀ ਸਾਹਿਤਕਾਰ ਤੇ ਹੋਰ ਬਹੁਤ ਸਾਰੇ ਉਹ ਇਕੱਠੇ ਦਿੱਤੇ ਗਏ, ਤੇ ਲਗਭਗ ਉਹਨਾਂ ਦੀ ਜਿਹੜੀ ਇਨਾਮ ਰਾਸ਼ੀ ਸੀ ਉਹ 5.5 ਕਰੋੜ ਰੁਪਏ ਦੇ ਆਸ-ਪਾਸ ਬਣਦੀ ਸੀ। ਉਹ ਵੀ ਲਗਭਗ ਭਾਸ਼ਾ ਵਿਭਾਗ ਨੂੰ ਦਿੱਤਾ ਹੋਇਆ, ਤੇ ਫਿਰ ਇੱਕ ਕੋਰਟ ਨੇ ਲਾਤੀ ਉਹਦੇ ਤੇ ਪਾਬੰਦੀ। ਮੁੱਖ ਮੰਤਰੀ ਸਾਹਿਬ ਕਲਾਕਾਰ ਨੇ, ਉਹਨਾਂ ਨੂੰ ਬੇਨਤੀ ਹੈ ਕਿ ਕੋਰਟ ਵੱਲੋਂ ਲਾਈ ਹੋਈ ਰੋਕ ਹਟ ਗਈ ਹੈ। ਮਾਣ ਸਨਮਾਨ ਉਡੀਕ ਦੇ ਕਈ ਲੇਖਕ ਤੋਂ ਚੱਲ ਵਸੇ ਨੇ, ਕਈ ਹੋਰ ਵੀ ਬਿਰਧ ਅਵਸਥਾ 'ਚ ਹੋਣਗੇ। ਇਸ ਤੋਂ ਪਹਿਲਾਂ ਕਿ ਕੋਈ ਹੋਰ ਇਸ ਤਰ੍ਹਾਂ ਦੇ ਸਨਮਾਨ ਤੋਂ ਵਾਂਝਾ ਤੁਰ ਜਾਏ, ਤੁਰੰਤ ਕੋਈ ਪ੍ਰੋਗਰਾਮ ਰੱਖੋ, ਇਨਾਮ ਰਾਸ਼ੀ ਤੇ ਸਨਮਾਨ ਚਿੰਨ੍ਹ ਉਹਨਾਂ ਨੂੰ ਸਨਮਾਨ ਨਾਲ ਦਿਓ। ਇਹ ਬੜਾ ਜ਼ਰੂਰੀ ਮਾਮਲਾ ਹੈ। ਮੈਂ ਅਗਲੇ ਮੁੱਦੇ ਤੇ ਜਾਵਾਂ, ਇਹ ਵੀ ਮੁੱਖ ਮੰਤਰੀ ਸਾਹਿਬ ਤੇ ਧਿਆਨ ਦੇਣ ਵਾਲਾ ਹੈ। ਮਾਮਲਾ ਬਹੁਤ ਸੈਂਸਿਟਿਵ ਹੈ, ਸੰਵੇਦਨਸ਼ੀਲ ਹੈ। ਕੋਈ ਜਦੋਂ ਮਰਦਾ ਹੈ, ਐਕਸਟ੍ਰੀਮ ਸਿਚੁਏਸ਼ਨ ਹੁੰਦੀਆਂ ਨੇ, ਐਕਸਟ੍ਰੀਮ ਹਾਲਤਾਂ ਹੁੰਦੀਆਂ ਨੇ, ਜਦੋਂ ਜੀਣ ਦਾ ਕੋਈ ਰਸਤਾ ਹੀ ਨਹੀਂ ਬਚਦਾ। ਦੋ ਸਕੇ ਭਰਾ ਬਿਆਸ ਵਿੱਚ ਡੁੱਬ ਜਾਂਦੇ ਨੇ, ਮਾਮਲਾ ਖੁਦਕੁਸ਼ੀ ਦਾ ਹੈ। ਹੁਣ ਇਹਦੇ ਵਿੱਚ ਬਿਨਾਂ ਕੋਈ ਦੇਰੀ ਕੀਤਿਆਂ, ਹਾਲਾਂਕਿ ਉਹਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਜੇ ਪ੍ਰਤੱਖ ਦਰਸ਼ੀਆਂ ਦੀ ਮੰਨੀਏ ਤਾਂ ਇੰਜ ਵਾਪਰ ਚੁੱਕਿਆ, ਤਾਂ ਫਿਰ ਡੀਜੀਪੀ ਸਾਹਿਬ, ਚੀਫ ਸੈਕਟਰੀ ਸਾਹਿਬ ਕਿਸ ਚੀਜ਼ ਦੀ ਉਡੀਕ ਕਰ ਰਹੇ ਆ? ਕੌਣ ਮਰਨਾ ਚਾਹੁੰਦਾ ਹੈ? ਸੋਚ ਕੇ ਦੇਖੋ, ਖੁਦਕੁਸ਼ੀ ਨਾਂ ਦਾ ਸ਼ਬਦ ਹੀ ਬੜਾ ਵੱਖਰਾ ਹੈ। ਸੋ ਜੇ ਕੋਈ ਇਸ ਹਾਲਾਤ ਵਿੱਚ ਪਹੁੰਚ ਗਿਆ, ਤੁਸੀਂ ਐਵੀਡੈਂਸ ਲੱਭਣ ਤੋਂ ਪਹਿਲਾਂ ਉਹ ਬੰਦਾ ਬਰਖਾਸਤ ਕਿਉਂ ਨਹੀਂ ਕੀਤਾ ਐਸਐਚਓ? ਔਰ ਥਾਣਿਆਂ ਦੇ ਵਿੱਚ ਲੱਗੇ ਸੀਸੀਟੀਵੀ ਬੰਦ ਕਿੱਦਾਂ ਹੋ ਜਾਂਦੇ ਆ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ? ਫਿਰ ਤੁਹਾਡੀ ਸੰਵੇਦਨਾ ਕਿੱਥੇ ਚਲੇ ਜਾਂਦੀ ਆ? ਔਰ ਤੁਸੀਂ ਐਡੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਜਦੋਂ ਕਹਿੰਦੇ ਹੋ ਕਿ ਸਾਨੂੰ ਕੀੜੀ ਵੀ ਤੁਰਦੀ ਦਿਸਦੀ ਹੈ, ਤਾਂ ਫਿਰ ਇਹ ਚੀਜ਼ਾਂ ਤੁਹਾਡੇ ਤੋਂ ਪਾਸੇ ਕਿਉਂ? ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਤੁਰੰਤ ਪ੍ਰਭਾਵ ਨਾਲ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ। ਇਹੀ ਗੱਲ ਕਿਤੇ ਅਮਰੀਕਾ 'ਚ ਵਾਪਰੀ ਹੁੰਦੀ, ਯੂਰਪ ਦੇ ਕਿਸੇ ਮੁਲਕ 'ਚ ਵਾਪਰੀ ਹੁੰਦੀ, ਅਸੀਂ ਏਦਾਂ ਹੀ ਬੈਠੇ ਹੁੰਦੇ। ਅਸੀਂ ਕਹਿੰਦੇ ਅਸੀਂ ਵਿਕਸਿਤ ਹੋ ਗਏ, ਅਸੀਂ ਬਾਹਰੋਂ ਲਿਆ ਕੇ ਕੰਮ ਰੁਜ਼ਗਾਰ ਤੇ ਲੋਕਾਂ ਨੂੰ ਲਾਵਾਂਗੇ। ਸਵਾਲ ਇਸ ਗੱਲ ਦਾ ਨਹੀਂ, ਪਹਿਲਾਂ ਜੀਣ ਦੇ ਹਾਲਾਤ ਪੈਦਾ ਕਰੋ। ਕਿਸਾਨੀ ਖੁਦਕੁਸ਼ੀਆਂ ਤੇ ਨਸ਼ਿਆਂ ਦੀਆਂ ਖੁਦਕੁਸ਼ੀਆਂ ਪਾਸੇ ਰੱਖ ਵੀ ਲਈਏ, ਇਸ ਸਿਚੁਏਸ਼ਨ ਨੂੰ ਕੌਣ ਸਾਂਭੇਗਾ? ਹਵਾਲਾਤਾਂ ਦੇ ਵਿੱਚ ਥਾਣਿਆਂ ਦੇ ਅੰਦਰ ਵਾਪਰਦੀਆਂ ਘਟਨਾਵਾਂ ਨੂੰ ਕਿਵੇਂ ਰੋਕ ਲੱਗੂਗੀ ਜੇ ਤੁਸੀਂ ਇੱਕ ਵੀ ਕਾਂ ਮਾਰ ਕੇ ਨਾ ਟੰਗਿਆ? ਅੱਗੇ ਚੱਲਦੇ ਹਾਂ। ਵਜੀਫਾ ਘੱਟ ਗਿਣਤੀਆਂ ਦਾ, ਉਹ ਵੀ ਅੰਡਰ ਸਕੈਨਰ ਹੈ। ਕਿਸਾਨਾਂ ਦੇ ਕਰਜ਼ੇ ਨਾਲ ਸੰਬੰਧਿਤ ਕੁਝ ਨਵੇਂ ਤੱਥ ਨੇ, ਇੰਦਰਪ੍ਰੀਤ ਜੀ ਉਹਨਾਂ ਨਾਲ ਸਹਿਮਤ ਹੋਣਗੇ। ਬੈਂਕਾਂ ਦੇ ਮਾਮਲੇ ਇਹਦੇ ਵਿੱਚ ਬੜੇ ਪ੍ਰਮੁਖਤਾ ਨਾਲ ਅੱਗੇ ਆ ਰਹੇ ਆ ਕਿ ਕਿਵੇਂ ਜਿੰਨੀ ਸਾਡੀ ਲਿਮਟ ਆ ਉਸ ਤੋਂ ਅਸੀਂ ਕਈ ਗੁਣਾ ਵੱਧ ਕਰਜ਼ਾ ਲੈ ਗਏ, ਤੇ ਫਿਰ ਅਸੀਂ ਕਰਜ਼ੇ ਦੇ ਥੱਲੇ ਦੱਬ ਕੇ ਹੀ ਦੱਬੀ ਜਾਂਦੇ ਆ। ਬਿਹਾਰ ਦੇ ਮੁੱਖ ਮੰਤਰੀ ਤੇ ਉੱਥੋਂ ਦੇ ਗਵਰਨਰ 'ਚ ਜਿਹੜਾ ਰਫੜ ਹੈ ਸਾਡੀਆਂ ਬਰੂਹਾਂ ਤੱਕ ਵੀ ਪੁੱਜਦਾ, ਇਸ ਕਰਕੇ ਲੈਣਾ ਬੜਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਮੈਂ ਇੰਦਰਪ੍ਰੀਤ ਜੀ, ਜੇ ਸਿਆਸਤ ਤੋਂ ਗੱਲ ਤੋਰੀ ਆ ਤਾਂ ਸਿਆਸਤ ਤੋਂ ਸ਼ੁਰੂ ਕਰ ਲਈਏ, ਨਹੀਂ ਤਾਂ ਭਾਸਕਰ ਸਾਹਿਬ ਆਪਾਂ ਜਿਹੜੀ ਦੋ ਸਕੇ ਭਰਾ ਬਿਆਸ ਵਿੱਚ ਆਪਣੀ ਜਾਨ ਦੇ ਦਿੰਦੇ ਆ, ਮੈਂ ਰਿਪੀਟ ਕਰਾਂ, ਬੜਾ ਔਖਾ ਹੁੰਦਾ ਜੇ, ਬਹੁਤ ਔਖਾ ਹੁੰਦਾ ਮਰਨ ਬਾਰੇ ਸੋਚਣਾ ਵੀ, ਤੇ ਫਿਰ ਇਸ ਕਦਮ ਤੱਕ ਚਲੇ ਜਾਣਾ ਜਦੋਂ ਬਿਲਕੁਲ ਜੀਣ ਦੀਆਂ ਹਾਲਤਾਂ ਮੁੱਕ ਜਾਂਦੀਆਂ, ਬੰਦਾ ਉਦੋਂ ਉੱਥੇ ਜਾਂਦਾ ਹੈ। ਕਿਸ ਤਰ੍ਹਾਂ ਦੀ ਸਿਚੁਏਸ਼ਨ ਰਹੇ ਹੋਏਗੀ? ਇੱਥੇ ਕੋਈ ਵੀ ਸਫਾਈ ਕੰਮ ਕਰਦੀ ਨਜ਼ਰ ਨਹੀਂ ਆਉਂਦੀ। ਦੋ ਸਕੇ ਭਰਾ ਮਰੇ ਨੇ, ਔਰ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਡੀਜੀਪੀ ਸਾਹਿਬ ਜਾਂ ਚੀਫ ਸੈਕਟਰੀ ਸਾਹਿਬ ਵੱਲੋਂ ਇੱਕ ਕਦਮ ਅਜੇ ਤੱਕ ਲਿਆ ਗਿਆ ਨਹੀਂ ਦਿਸਿਆ। ਇੱਕ ਡੀਐਸਪੀ ਪੱਲਾ ਝਾੜਦਾ ਦਿਸਦਾ ਹੈ। ਕੀ ਕਹਿੰਦੇ? ਬਿਲਕੁਲ, ਜਿਸ ਤਰੀਕੇ ਨਾਲ ਦੋ ਸਕੇ ਭਰਾਵਾਂ ਨੇ ਸੁਸਾਈਡ ਕਰ ਲਈ, ਔਰ ਸੁਸਾਈਡ ਤੋਂ ਬਾਅਦ ਇਹ ਗੱਲ ਨਿਕਲ ਕੇ ਆਈ
ਕਿ ਅਗਸਤ 16 ਨੂੰ ਉਹਨਾਂ ਨੂੰ ਜਲੰਧਰ ਦੇ ਇੱਕ ਥਾਣੇ ਦੇ ਵਿੱਚ ਹਿਊਮਿਲੇਟ ਕੀਤਾ ਗਿਆ ਸੀਗਾ। ਹੁਣ ਹਿਊਮਿਲੇਸ਼ਨ ਦੀ ਵੱਖਰੀ ਵੱਖਰੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ। ਉਹਨਾਂ ਦੇ ਨਾਲ ਮਾਰਕੁੱਟ ਦੇ ਵੀ ਇਲਜ਼ਾਮ ਲੱਗੇ ਨੇ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਇਹ ਵੀ ਇਲਜ਼ਾਮ ਲੱਗੇ ਨੇ। ਉਸ ਤੋਂ ਬਾਅਦ ਉਸ ਬੇਇੱਜ਼ਤੀ ਤੋਂ ਹਿਊਮਿਲੇਟਡ ਫੀਲ ਕਰਕੇ, ਹਾਲਾਂਕਿ ਇੱਕ ਭਰਾ ਦਾ ਹਿਊਮਿਲੇਸ਼ਨ ਹੋਇਆ ਸੀਗਾ, ਛੋਟੇ ਭਰਾ ਨੂੰ ਇਸ ਗੱਲ ਫੀਲ ਹੋ ਗਈ ਕਿ ਮੇਰੇ ਵੱਡੇ ਭਰਾ ਦੀ ਇਸ ਤਰੀਕੇ ਨਾਲ ਹਿਊਮਿਲੇਸ਼ਨ ਹੋਈ ਹੈ। ਇਹਨਾਂ ਭਰਾਵਾਂ ਦਾ ਨਾਂ ਸੀਗਾ ਜਸ਼ਨਬੀਰ ਸਿੰਘ ਤੇ ਮਾਨਵਜੀਤ ਸਿੰਘ ਢਿੱਲੋਂ। ਹੁਣ ਇਹਦੇ ਵਿੱਚ ਕੀ ਹੋਇਆ ਕਿ ਆਪਣੇ ਇੱਕ ਦੋਸਤ ਦੀ ਭੈਣ ਦੇ ਮਾਮਲੇ ਦੇ ਵਿੱਚ, ਜਿਹਦਾ ਵਿਆਹ ਜਲੰਧਰ ਦੇ ਵਿੱਚ ਹੋਇਆ ਸੀਗਾ, ਉਹ ਥਾਣੇ 'ਚ ਵੀ ਜਾਂਦੇ ਨੇ। ਕੁਝ ਹੀਟਡ ਆਰਗੂਮੈਂਟ ਹੁੰਦੇ ਨੇ, ਔਰ ਐਸਐਚਓ ਨਵਦੀਪ ਸਿੰਘ ਜਿਹੜਾ ਡਿਵੀਜ਼ਨ ਨੰਬਰ 1 ਦਾ ਐਸਐਚਓ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਇਸ ਕਰਕੇ ਡੀਡੀਆਰ ਕਰਕੇ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ। ਔਰ ਇੱਕ ਐਲੀਗੇਸ਼ਨ ਇਹ ਵੀ ਲੱਗਿਆ ਕਿ ਉਹਨਾਂ ਦੀ ਪੱਗਾਂ ਉਤਾਰ ਦਿੱਤੀ ਸੀਗੀ। ਔਰ ਇਹਦਾ ਬਿਆਨ ਐਸਐਚਓ ਨੇ ਇਹ ਦਿੱਤਾ ਕਿ ਉਹ ਅਸੀਂ ਹਵਾਲਾਤ ਦੇ ਵਿੱਚ ਕਿਸੇ ਨੂੰ ਵੀ ਬੰਦ ਕਰਦੇ ਆ ਤੇ ਉਹ ਉਤਾਰਦੇ ਆ। ਤੁਸੀਂ ਇਹ ਦੇਖੋ ਕਿ ਉਸ ਤੋਂ ਬਾਅਦ ਉਸ ਥਾਣੇ ਦੇ ਵਿੱਚੋਂ ਸੀਸੀਟੀਵੀ ਫੁਟੇਜ ਦਾ ਗਾਇਬ ਹੋ ਜਾਣਾ, ਇਹ ਕਹਿਣਾ ਕਿ ਸੀਸੀਟੀਵੀ ਫੁਟੇਜ ਉਸ ਵਕਤ ਕੈਮਰੇ ਖਰਾਬ ਸੀਗੇ। ਸੁਸਾਈਡ ਕਰਨਾ ਰੰਧਾਵਾ ਜੀ ਕੋਈ ਛੋਟੀ ਗੱਲ ਨਹੀਂ ਹੈਗੀ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਵੀ ਵਿਅਕਤੀ ਕਿਸੇ ਪਾਰਟਿਕੂਲਰ ਇਨਸੀਡੈਂਟ ਤੋਂ ਬਾਅਦ ਆਪਣੇ ਆਪ ਨੂੰ ਹਿਊਮਿਲੇਟਡ ਫੀਲ ਕਰਕੇ, ਆਪਣੇ ਹਿਊਮਿਲੇਸ਼ਨ ਨੂੰ ਇੱਕ ਆਪਣੇ ਦਿਲ ਨੂੰ ਲਾ ਕੇ ਕੋਈ ਵਿਅਕਤੀ ਸੁਸਾਈਡ ਕਰਦਾ ਤੇ ਕਿੰਨੀ ਕੁ ਵੱਡੀ ਗੱਲ ਉਸ ਥਾਣੇ ਦੇ ਵਿੱਚ ਵਾਪਰੀ ਹੋਏਗੀ, ਉਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਾ ਸਕਦੇ ਹੋ। ਹੁਣ ਇਹਦੀ ਕੋਈ ਵੀ ਜਸਟੀਫਿਕੇਸ਼ਨ ਨਹੀਂ ਬਣ ਸਕਦੀ, ਕਾਰਨ ਕਿ ਡੀਜੀਪੀ ਸਾਹਿਬ ਹੋਣ, ਉਹਨਾਂ ਨੂੰ ਵੀ ਇਸ ਗੱਲ ਨੂੰ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਲੈਣਾ ਚਾਹੀਦਾ ਹੈ ਕਿ ਕੋਈ ਵਿਅਕਤੀ ਅਗਰ ਸੁਸਾਈਡ ਕਰ ਰਿਹਾ ਹੈ ਤੇ ਉਸ ਦੇ ਮਰਨ ਤੋਂ ਬਾਅਦ, ਹਾਲਾਂਕਿ ਹਜੇ ਤੱਕ ਲਾਸ਼ਾਂ ਨਹੀਂ ਮਿਲੀ, ਅਸੀਂ ਨਹੀਂ ਕਹਿ ਸਕਦੇ ਕਿ ਉਹ ਦੋ ਭਰਾ ਸੀਗੇ ਉਹ ਮਰ ਚੁੱਕੇ ਨੇ, ਲੇਕਿਨ ਬੋਡੀਜ਼ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਵਰਸ਼ਨ ਫਿਲਹਾਲ ਇਹੀ ਹੈ ਕਿ ਜਦ ਬੋਡੀਜ਼ ਦੀ ਰਿਕਵਰੀ ਹੋ ਜਾਏਗੀ ਉਸ ਤੋਂ ਬਾਅਦ ਐਫਆਈਆਰ ਕਰਨੀ ਹੈ ਜਾਂ ਨਹੀਂ ਕਰਨੀ ਹੈ ਤਾਂ ਕਰਾਂਗੇ। ਯਾਨੀ ਇਸ ਸਟੇਟਮੈਂਟ ਦੇ ਵਿੱਚ ਵੀ ਤੁਸੀਂ ਇਹ ਦੇਖੋ, ਉਹਨਾਂ ਨੇ ਛਾਲ ਮਾਰੀ ਹੈ ਇਸ ਗੱਲ ਦੇ, ਜਿਹੜੇ ਵਿਟਨੈਸਸ ਹੈਗੇ ਨੇ ਇਹ ਗੱਲ ਕਹਿੰਦੇ ਨੇ। ਹੁਣ ਬੋਡੀਜ਼ ਮਿਲਣ ਤੋਂ ਬਾਅਦ ਐਫਆਈਆਰ ਦਰਜ ਹੋਏਗੀ, ਐਕਸ਼ਨ ਲੈਣ ਵਾਸਤੇ ਸਬੂਤਾਂ ਨੂੰ ਇਕੱਠੇ ਕੀਤਾ ਜਾਏਗਾ। ਉਹਨਾਂ ਸਬੂਤਾਂ ਨੂੰ ਪਹਿਲੇ ਹੀ ਇੱਕ ਤਰੀਕੇ ਨਾਲ ਤਾਰਪੀਟ ਕੀਤਾ ਗਿਆ, ਜਿਸ ਤਰੀਕੇ ਨਾਲ ਸੀਸੀਟੀਵੀ ਫੁਟੇਜ ਉਸ ਥਾਣੇ ਦੀ ਗਾਇਬ ਹੈਗੀ ਹੈ। ਇਹ ਸਾਰੀ ਗੱਲਾਂ ਨੂੰ ਹਿਊਮਨ ਗਰਾਊਂਡ ਦੇ ਉੱਤੇ ਦੇਖੋ ਤੇ ਇਹ ਇੱਕ ਆਪਣੇ ਆਪ ਵਿੱਚ ਮੰਦਭਾਗੀ ਗੱਲ ਹੈਗੀ ਹੈ ਪੰਜਾਬ ਪੁਲਿਸ ਦੀ, ਜਾਂ ਇੱਕ ਥਾਣੇ ਦੀ, ਜਾਂ ਕਿਸੇ ਵੀ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਇਹਦੇ ਉੱਤੇ ਹੁਣ ਵੱਡੇ ਸੀਨੀਅਰ ਆਫੀਸਰਸ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ, ਕਾਰਨ ਕਿ ਇਹ ਮਾਮਲਾ ਦੋ ਨੌਜਵਾਨਾਂ ਦੀ ਸੁਸਾਈਡ ਦਾ ਹੈ, ਉਹ ਵੀ ਖਾਸ ਕਰਕੇ ਪੁਲਿਸ ਦੀ ਹਿਊਮਿਲੇਸ਼ਨ ਤੋਂ ਬਾਅਦ। ਇਹ ਮਾਮਲਾ ਬਹੁਤ ਸੀਰੀਅਸ ਹੈ ਔਰ ਇਹਨੂੰ ਸੀਰੀਅਸਲੀ ਲੈਣਾ ਬਹੁਤ ਜ਼ਰੂਰੀ ਹੈ। ਇੰਦਰਪ੍ਰੀਤ ਜੀ, ਜਦੋਂ ਲਗਭਗ ਹਰ ਚੀਜ਼ ਦੇ ਵਿੱਚ ਟਰਾਂਸਪੇਰੈਂਸੀ ਦੀ ਗੱਲ ਹੋ ਰਹੀ ਹੈ ਔਰ ਅਦਾਲਤਾਂ ਬਾਰ-ਬਾਰ ਕਹਿ ਰਹੀਆਂ ਕਿ ਤੁਹਾਡੀਆਂ ਹਵਾਲਾਤਾਂ ਤੋਂ ਲੈ ਕੇ ਹਰ ਕੋਨੇ ਦੇ ਵਿੱਚ ਕੈਮਰਾ ਹੋਣਾ ਚਾਹੀਦਾ ਥਾਣਿਆਂ ਦੇ ਵਿੱਚ, ਸਾਡੇ ਉਹ ਦੌਰ ਜਿਹੜਾ ਟੈਰਰਿਜ਼ਮ ਦਾ ਸੀਗਾ, ਮਨੁੱਖੀ ਅਧਿਕਾਰਾਂ ਦਾ ਕੋਈ ਧਿਆਨ ਨਾ ਰੱਖਿਆ ਗਿਆ, ਇਹ ਅੱਜ ਤੱਕ ਕਿਸੇ ਕਹਾਣੀਆਂ ਬਾਹਰ ਆਉਂਦੀਆਂ। ਪਰ ਅੱਜ ਤਾਂ ਦਿਨ ਸਿਖਾਵੇਂ ਨੇ, ਅੱਜ ਤਾਂ ਲੋਕਾਂ ਦੀ ਸਰਕਾਰ ਹੈ। ਭਗਵੰਤ ਮਾਨ ਬਾਰ-ਬਾਰ ਲੋਕਾਂ ਨੂੰ ਯਾਦ ਕਰਾਉਂਦੇ ਸਰਕਾਰ ਤੁਹਾਡੀ ਹੈ, ਮੈਨੂੰ ਤਾਂ ਕਸਟੋਡੀਅਨ ਤੁਸੀਂ ਬਣਾਇਆ। ਉਸ ਸਥਿਤੀ ਦੇ ਵਿੱਚ ਜੇਕਰ ਉਹੀ ਐਸਐਚਓ ਆਪਣੀ ਕੁਰਸੀ ਤੇ ਬਹਿ ਕੇ ਟੀਵੀ ਚੈਨਲਾਂ ਦੇ ਕੈਮਰਿਆਂ ਦੇ ਉੱਤੇ ਮਾਈਕਾਂ ਦੇ ਮੂਹਰੇ ਗੱਲ ਕਰ ਰਿਹਾ, ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਡੀਜੀਪੀ ਸਾਹਿਬ ਜਾਂ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦੇ ਕਿਉਂ ਨਹੀਂ ਨਜ਼ਰ ਆਏ? ਤੁਸੀਂ ਕਿਉਂ ਉਡੀਕ ਰਹੇ ਹੋ ਕਿ ਉਹਨਾਂ ਦੀਆਂ ਲਾਸ਼ਾਂ ਜਦੋਂ ਮਿਲਣਗੀਆਂ, ਜੇ ਕਿਸਮਤ ਚੰਗੀ ਹੋਈ ਉਹ ਬਚ ਗਏ ਜਾਂ ਕੋਈ ਹੋਰ ਥਿਊਰੀ ਨਿਕਲਦੀ ਆ, ਕੋਈ ਸਾਜ਼ਿਸ਼ ਲੱਗੂਗੀ, ਗੱਲ ਹੋਰ ਆ। ਤੁਰੰਤ ਪ੍ਰਭਾਵ ਨਾਲ ਜਿਹੜਾ ਵਿਅਕਤੀ ਤੁਹਾਡੇ ਐਵੀਡੈਂਸਸ ਨੂੰ, ਤੁਹਾਡੀਆਂ ਸਬੂਤਾਂ ਨੂੰ ਛੇੜਛਾੜ ਕਰ ਸਕਦਾ ਹੈ, ਉਸ ਵਿਅਕਤੀ ਨੂੰ ਤੁਸੀਂ ਉਸੇ ਕੁਰਸੀ ਤੇ ਸਜਾਇਆ ਹੋਇਆ। ਰੰਧਾਵਾ ਸਾਹਿਬ, ਜਿਹੜੀ ਤੁਸੀਂ ਕੈਮਰਿਆਂ ਦੀ ਗੱਲ ਕੀਤੀ ਹੈਗੀ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਹੈ ਔਰ ਪੰਜਾਬ ਹਾਈ ਕੋਰਟ ਨੇ ਤਗੜੀ ਫਟਕਾਰ ਵੀ ਮਾਰੀ ਹੈ ਕਿ ਹਜੇ ਤੱਕ ਕਿਸ ਥਾਣਿਆਂ ਦੇ ਵਿੱਚ ਕੈਮਰੇ ਪੂਰੀ ਤਰ੍ਹਾਂ ਇੰਸਟਾਲ ਨਹੀਂ ਹੋਏ। ਜੇ ਇੰਸਟਾਲ ਹੋ ਗਏ ਹੈ ਤਾਂ ਉਹਨਾਂ ਦਾ ਜਿਹੜਾ ਰਿਕਾਰਡ ਹੈ, 1 ਮਹੀਨੇ ਤੱਕ ਦਾ ਜਿਹੜਾ ਰਿਕਾਰਡ ਹੈ, ਉਹ ਤੁਸੀਂ ਸੰਭਾਲਣ ਵਾਲਾ ਦੇ ਉੱਤੇ ਕੋਈ ਕੰਮ ਨਹੀਂ ਕੀਤਾ। ਸੋ ਹਜੇ ਵੀ ਇਹ ਅਸੀਂ ਉੱਥੇ ਹੀ ਖੜੇ, ਕਹਿਣ ਨੂੰ ਅਸੀਂ ਬਹੁਤ ਜਿਹਨੂੰ ਕਹਿੰਦੇ ਆ ਵੀ ਆਈਟੀ ਦੇ ਯੁੱਗ 'ਚ ਆ ਗਏ ਹਾਂ, ਪਰ ਆਈਟੀ ਦੀਆਂ ਸਭ ਤੋਂ ਜਿਹੜੀਆਂ ਸਧਾਰਨ ਚੀਜ਼ਾਂ ਨੇ ਉਹ ਵੀ ਸਾਡੇ ਹਜੇ ਥਾਣਿਆਂ 'ਚ ਹੈ ਨਹੀਂ। ਜੇ ਤੁਸੀਂ ਇੱਕ ਸਧਾਰਨ ਪਰਚੂਨ ਦੀ ਦੁਕਾਨ ਤੇ ਵੀ ਜਾਓਗੇ ਤਾਂ ਮੈਨੂੰ ਲੱਗਦਾ ਉੱਥੇ ਵੀ ਉਸ ਬੰਦੇ ਨੇ ਆਪਣੀ ਸਿਕਿਉਰਿਟੀ, ਆਪਣੀ ਦੁਕਾਨ ਦੀ ਸਿਕਿਉਰਿਟੀ ਜਾਂ ਹੋਰ ਕਾਸੇ ਵਾਸਤੇ ਕੈਮਰੇ ਲਗਾਏ ਹੋਏ ਨੇ। ਪਰ ਜਿੱਥੇ ਥਾਣਾ ਹੈ, ਜਿੱਥੇ ਰੋਜ਼ ਬੰਦਿਆਂ ਨੇ ਆਉਣਾ ਹੈ, ਰੋਜ਼ ਉਹਨਾਂ ਦੀ ਸੁਣਵਾਈਆਂ ਹੋਣੀਆਂ ਨੇ, ਪੁਲਿਸ ਨਾਲ ਉਹਨਾਂ ਦਾ ਵਿਵਹਾਰ ਚੈੱਕ ਹੋਣਾ ਹੈ,
ਉਸ ਥਾਂ ਤੇ ਕੈਮਰੇ ਹੈ ਨਹੀਂ, ਜੇ ਹੈਗੇ ਹੈ ਤਾਂ ਖਰਾਬ ਦਿਖਾਏ। ਮੈਂ ਕਹਿੰਦਾ ਵੀ ਜੇ ਖਰਾਬ ਹੈ ਤਾਂ ਵੀ ਉਸ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਇਹ ਕਿਹਾ ਵੀ ਇਹ ਖਰਾਬ ਹੈ, ਕਿਉਂਕਿ ਕੈਮਰੇ ਨੂੰ ਠੀਕ ਕਰਾਉਣਾ ਮਤਲਬ ਡੀਜੀਪੀ ਦਾ ਕੰਮ ਨਹੀਂ ਹੈ ਕਿ ਉੱਥੇ ਡੀਜੀਪੀ ਉਹ ਉੱਥੇ ਦੇ ਐਸਐਚਓ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਕਰਾਏ। ਹਾਂ, ਉਹਨੇ ਪੈਸੇ ਮੰਗੇ ਹੋਣ ਕਿ ਠੀਕ ਨਹੀਂ ਹੋ ਰਿਹਾ ਤਾਂ ਜ਼ਰੂਰ ਤੁਸੀਂ ਵੱਡੇ ਅਹੁਦੇ ਵਾਲਿਆਂ ਨੂੰ ਠੀਕ ਕਰਾਓ, ਪਰ ਇਹਦੇ 'ਚ ਇਹ ਬਹੁਤ ਮੈਂ ਤਾਂ ਰੋਜ਼ ਹੀ ਸਾਡੇ ਜਿਹੜੇ ਅਦਾਲਤ ਵਾਲੇ ਰਿਪੋਰਟਰ ਨੇ ਉਹ ਇਹ ਖਬਰਾਂ ਲੈ ਕੇ ਆਉਂਦੇ ਰਹਿੰਦੇ ਡੇਲੀ ਕਿ ਅੱਜ ਫਿਰ ਫਟਕਾਰ ਵੱਜੀ ਹੈ, ਫਿਰ ਫਟਕਾਰ ਵੱਜੀ ਹੈ। ਸੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇੰਨੀਆਂ ਫਟਕਾਰਾਂ ਖਾ ਕੇ ਵੀ ਕੀ ਇਹਨਾਂ ਦੀ ਚਮੜੀ ਇੰਨੀ ਮੋਟੀ ਹੋ ਗਈ ਹੈ ਕਿ ਕੋਈ ਅਸਰ ਹੀ ਨਹੀਂ ਹੋ ਰਿਹਾ ਉਸ ਤੇ ਜਾਂ ਕੀ ਹੈ। ਸੋ ਦੂਜੀ ਗੱਲ ਜਿਹੜੀ ਹੈਗੀ ਹੈ ਵੀ ਐਡੀ ਵੱਡੀ ਘਟਨਾ, ਠੀਕ ਆ ਤੁਸੀਂ 2 ਬੰਦਿਆਂ ਦੀ ਮੌਤ, ਬੰਦਾ ਤਾਂ ਕੋਈ ਇੱਕ ਵੀ ਮਰ ਜੇ ਤਾਂ ਸਾਨੂੰ ਬਹੁਤ ਅਫਸੋਸ ਹੁੰਦਾ, ਕਿਉਂਕਿ ਇਹਨੂੰ ਕਿਸੇ ਵੀ ਰੂਪ 'ਚ ਤੋਲਿਆ ਨਹੀਂ ਜਾ ਸਕਦਾ, ਕਿਸੇ ਰੂਪ 'ਚ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਉਸ ਵਿੱਚ 2 ਭਰਾ ਦਾ ਇਕੱਠੇ ਚਲੇ ਜਾਣਾ, ਮਤਲਬ ਇਹ ਤੁਸੀਂ ਦੇਖੋ ਵੀ ਹੁਣ ਉਸ ਘਰ ਦੇ ਵਿੱਚ ਹੋ ਸਕਦਾ ਕਿ ਅੱਜ ਕਹਿਣ ਨੂੰ ਕੋਈ ਬੰਦਾ ਨਾਂ ਦੀ ਕੋਈ ਚੀਜ਼ ਹੀ ਨਾ ਰਹੀ ਹੋਵੇ, ਸਾਰੇ ਹੀ ਚਲੇ ਗਏ। ਕਿਉਂਕਿ ਅੱਜ ਕੱਲ੍ਹ ਵੈਸੇ ਹੀ ਸਭ ਦੇ ਘਰਾਂ 'ਚ 1-1 2-2 ਬੱਚੇ ਹੈ ਤੇ ਉਹ ਵੀ ਇਸ ਤਰ੍ਹਾਂ ਚਲੇ ਜਾਣਾ ਬਹੁਤ ਹੀ ਤਰਾਸਦੀ ਵਾਲੀ ਗੱਲ ਹੈ। ਤੇ ਮੈਨੂੰ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਹਜੇ ਤੱਕ ਕੀ ਕਿਸੇ ਡੀਜੀਪੀ ਨੇ ਇਸ ਗੱਲ ਦਾ ਕੋਈ ਸੰਗਿਆਨ ਹੀ ਨਹੀਂ ਲਿੱਤਾ ਹਜੇ ਤੱਕ ਵੀ ਯਾਰ ਐਡੀ ਵੱਡੀ ਘਟਨਾ ਹੋ ਗਈ ਹੈ ਪੰਜਾਬ ਦੇ ਵਿੱਚ, ਤਾਂ ਮੈਂ ਘੱਟੋ ਘੱਟ ਉਸ ਐਸਐਚਓ ਨੂੰ ਸਸਪੈਂਡ ਤਾਂ ਕਰਦਾ, ਉਹਦੇ ਉੱਤੇ ਪਰਚਾ ਦਰਜ ਕਰਨ ਦੇ ਆਰਡਰ ਤਾਂ ਕਰਦਾ। ਇਹ ਕਿੰਨੀ ਇਹ ਸੰਵੇਦਨਹੀਨਤਾ ਕਹਿੰਦੇ ਨੇ, ਹਿੰਦੀ 'ਚ ਇੱਕ ਸ਼ਬਦ ਹੈ ਸੰਵੇਦਨਹੀਨਤਾ, ਔਰ ਮੈਨੂੰ ਲੱਗਦਾ ਕਿ ਇਹ ਉਹਦੀ ਪ੍ਰਕਾਸ਼ਠਾ ਹੈ। ਇਸ ਤੋਂ ਉੱਪਰ ਦੀ ਪ੍ਰਕਾਸ਼ਠਾ ਨਹੀਂ ਹੋ ਸਕਦੀ, ਇਸ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੋ ਸਕਦੀ ਕਿ 2 ਬੰਦੇ ਮਰ ਗਏ ਹੋਣ ਤੇ ਹਜੇ ਤੱਕ ਉਸ ਦਾ ਕੋਈ ਸੰਗਿਆਨ ਤੱਕ ਨਾ ਲਿੱਤਾ ਹੋਵੇ, ਨਾ ਸਰਕਾਰ ਨੇ, ਨਾ ਚੀਫ ਸੈਕਟਰੀ ਸਾਹਿਬ ਨੇ, ਨਾ ਕੀ ਨਾਮ ਹੈ ਡੀਜੀਪੀ ਸਾਹਿਬ ਨੇ। ਸੋ ਬਿਲਕੁਲ ਤੁਹਾਡੀਆਂ ਗੱਲਾਂ ਠੀਕ ਨੇ। ਹਾਈ ਕੋਰਟਾਂ ਵੀ ਦੇਖੋ ਸਿਰਫ ਫਟਕਾਰ ਹੀ ਮਾਰ ਰਹੀਆਂ ਨੇ, ਉਹ ਮੈਨੂੰ ਲੱਗਦਾ ਕਿ ਉਹਨਾਂ ਕੋਲ ਇਸ ਤੋਂ ਇਲਾਵਾ ਹੋਰ ਕੀ ਹੈ। ਸਿਸਟਮ ਤਾਂ ਮਤਲਬ ਕਿਸੇ ਦੇ ਕਹਿਣ ਦੇ ਉੱਤੇ, ਗੱਲ ਕਰਨ ਦੇ ਉੱਤੇ, ਇੰਨੀ ਤੁਰੰਤ ਕਾਰਵਾਈਆਂ ਦੇ ਉੱਤੇ ਕੰਮ ਚੱਲਣਾ ਚਾਹੀਦਾ ਹੈ, ਪਰ ਇੱਥੇ ਤਾਂ ਮੈਨੂੰ ਲੱਗਦਾ ਕਿ ਸਾਲੋਂ ਸਾਲ ਬੀਤੀ ਜਾ ਰਹੇ ਨੇ, ਅਜੇ ਅਸੀਂ ਰੋਜ਼ ਫਟਕਾਰ ਖਾ ਕੇ ਤਾਂ ਵਾਪਸ ਆ ਜਾਂਦੇ ਹਾਂ, ਪਰ ਅਮਲ ਵਾਸਤੇ ਕੋਈ ਨਹੀਂ ਕਰ ਰਹੇ। ਮੈਂ ਅੱਗੇ ਵਧਣਾ ਚਾਹੂੰਗਾ, ਮੈਂ ਜਾਊਂਗਾ ਇੰਦਰਪ੍ਰੀਤ ਜੀ ਤੁਹਾਡੇ ਕੋਲ ਹੀ। ਮਾਮਲਾ ਸੰਦੀਪ ਜਾਖੜ ਦਾ ਹੈ। ਸੰਦੀਪ ਜਾਖੜ ਇੱਕ ਕਾਫੀ ਸੁਲਝੇ ਹੋਏ ਐਮਐਲਏ, ਬਹੁਤ ਮੁੱਦੇ ਉਠਾਉਂਦੇ ਰਹਿੰਦੇ ਆ। ਸਾਡੇ ਤੁਹਾਡੇ ਸਾਰੇ ਜਿੰਨੇ ਜਰਨਲਿਸਟ ਹੈ ਸਰਗਰਮ ਉਹਨਾਂ ਨਾਲੋਂ ਰਾਬਤੇ 'ਚ ਰਹਿੰਦੇ ਆ। ਕਿਸੇ ਮੁੱਦੇ ਨੂੰ ਉਠਾ ਕੇ ਜਾਂ ਕਿਸੇ ਮੁੱਦੇ ਨੂੰ ਉਠਾਉਣਾ ਹੋਵੇ ਜਾਂ ਕਿਸੇ ਨਾਲ ਸਾਂਝ ਪਾਉਣੀ ਹੋਵੇ ਕਿ ਤੁਸੀਂ ਇਹ ਨਹੀਂ ਇਹ ਲਓ, ਇਹ ਬੜਾ ਜ਼ਰੂਰੀ ਹੈ। ਸੋ ਮੈਨੂੰ ਲੱਗਦਾ ਕਿ ਕਾਂਗਰਸ ਨੇ ਇੱਕ ਵਿਅਕਤੀ ਐਮਐਲਏ ਸੂਝਵਾਨ ਗਵਾ ਲਿਆ। ਪਹਿਲਾਂ ਜਾਖੜ ਗਵਾ ਲਏ, ਜਾਖੜ ਸਾਹਿਬ ਵੀ ਜਲਾਲਤ ਫੀਲ ਕਰਦੇ ਹੋਏ ਭਾਜਪਾ 'ਚ ਗਏ ਤੇ ਹੁਣ ਉਹਨਾਂ ਨੇ ਇਸ ਐਮਐਲਏ ਨੂੰ ਸਸਪੈਂਡ ਕਰਕੇ ਫ੍ਰੀ ਹੈਂਡ ਦੇ ਦਿੱਤਾ ਵੀ ਜਾ ਬਈ ਆਪਣੇ ਮਜ਼ੇ ਨਾਲ ਹੁਣ ਬੀਜੇਪੀ ਦਾ ਕੰਮ ਕਰ। ਕੀ ਕਹਿੰਦੇ ਹੋ ਇੰਦਰਪ੍ਰੀਤ ਜੀ? ਬਿਲਕੁਲ, ਜੇ ਮੈਂ ਇਹ ਜਿਹੜੀ ਇਲੈਕਸ਼ਨ 2022 ਵਾਲੀ ਦੀ ਗੱਲ ਕਰਾਂ, ਮੈਂ ਕਾਫੀ ਘੁੰਮਿਆ ਔਰ ਦੇਖੋ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ 92 ਸੀਟਾਂ ਜਿੱਤੀਆਂ ਨੇ, ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਹਨੇਰੀ ਚੱਲ ਰਹੀ ਸੀ ਉਹਨਾਂ ਦੇ ਖਿਲਾਫ। ਉਸ 'ਚ ਇੱਕ ਬਿਲਕੁਲ ਫਰੈਸ਼ ਚਿਹਰਾ ਜਿਹੜਾ ਹੈਗਾ ਉਹ ਉੱਥੋਂ ਅਬੋਹਰ ਤੋਂ ਜਿੱਤ ਕੇ ਆਇਆ। ਔਰ ਖਾਸ ਗੱਲ ਇਹ ਸੀ ਕਿ ਜਿੰਨਾ ਵੀ ਮੈਂ ਅਬੋਹਰ ਜਾਂ ਅਬੋਹਰ ਦੇ ਪਿੰਡਾਂ ਦਾ ਦੌਰਾ ਕੀਤਾ, ਉਸ 'ਚ ਸਭ ਤੋਂ ਇੰਟਰਸਟਿੰਗ ਚੀਜ਼ ਇਹ ਸੀ ਕਿ ਸੰਦੀਪ ਜਾਖੜ ਆਪਣੇ ਬਲਬੂਤੇ ਤੇ ਲੈ ਕੇ ਆ ਰਹੇ ਸੀ। ਇਹ ਨਹੀਂ ਸੀ ਕਿ ਉਹ ਆਪਣੇ ਪਰਿਵਾਰ ਦੀ ਲੈਗੇਸੀ ਨਾਲ ਲੈ ਕੇ ਆ ਰਿਹਾ, ਉਹ ਆਪਣੇ ਬਲਬੂਤੇ ਤੇ ਜਿੱਤ ਰਹੇ ਸੀ, ਕਿਉਂਕਿ ਉਹਨਾਂ ਨੇ ਪਿਛਲੇ 5 ਸਾਲਾਂ 'ਚ ਜਿਸ ਤਰ੍ਹਾਂ ਯੰਗਸਟਰ ਨੂੰ ਜੋੜ ਕੇ ਆਪਣੇ ਉੱਥੇ ਕੰਮ ਕੀਤਾ ਅਬੋਹਰ ਦੇ ਵਿੱਚ, ਉਸ ਤੋਂ ਲੋਕ ਬਹੁਤ ਪ੍ਰਭਾਵਿਤ ਸੀਗੇ। ਤੇ ਈਵਨ ਮੈਂ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਸਾਰੇ ਬੰਦਿਆਂ ਨੂੰ ਉਦੋਂ ਮਿਲਿਆ ਸੀਗਾ, ਇਹਨਾਂ ਦੇ ਵਿੱਚ ਬੀਜੇਪੀ ਦੇ ਵੀ ਬਹੁਤ ਬੰਦਿਆਂ ਨੂੰ ਮਿਲਿਆ ਸੀਗਾ, ਤਾਂ ਉਹਨਾਂ ਨੇ ਕਿਹਾ ਕਿ ਇਹ ਆਪਣੇ ਤੌਰ ਤੇ ਹੀ ਜਿੱਤੂਗਾ ਮੁੰਡਾ, ਦੂਸਰੀ ਤੌਰ ਮਤਲਬ ਇਹ ਨਹੀਂ ਕਿ ਪਰਿਵਾਰ ਕਰਕੇ ਜਿੱਤ ਰਿਹਾ। ਸੋ ਹੁਣ ਜਦੋਂ ਇਸ ਤਰ੍ਹਾਂ ਦਾ ਤੁਹਾਡੇ ਕੋਲ ਇੱਕ ਯੰਗ ਚਿਹਰਾ ਸੀਗਾ, ਪਹਿਲਾਂ ਤਾਂ ਅਸੀਂ ਸੁਨੀਲ ਜਾਖੜ ਐਡਾ ਵੱਡਾ ਚਿਹਰਾ ਗਵਾਤਾ ਕਾਂਗਰਸ ਨੇ, ਜਿਹੜਾ ਆਪਣੀ ਗੱਲ ਕਹਿਣ 'ਚ ਨਹੀਂ ਔਰ ਕਈ ਮੁੱਦੇ ਜਿਹੜੇ ਮਤਲਬ ਮੈਨੂੰ ਲੱਗਦਾ ਕਿ ਪਾਰਟੀ ਉਠਾਉਣ 'ਚ ਬਹੁਤ ਢਿੱਲ ਵਰਤਦੀ ਰਹੀ ਹੈ, ਪਰ ਉਹਨਾਂ ਨੇ ਬਹੁਤ ਇਸ ਤਰ੍ਹਾਂ ਦੇ ਮੁੱਦੇ ਉਠਾ ਕੇ ਉਹਨਾਂ ਨੂੰ ਸਾਹਮਣੇ ਲੋਕਾਂ ਦੇ ਰੱਖਿਆ। ਠੀਕ ਹੈ ਵੀ ਇਹਨਾਂ ਮੁੱਦਿਆਂ ਦੀ ਉਹਨੂੰ ਕੀਮਤ ਵੀ ਤਾਰਨੀ ਪਈ ਆ। ਅਬੋਹਰ 'ਚੋਂ ਸੁਨੀਲ ਜਾਖੜ ਜਦੋਂ ਉਹ ਹਾਰੇ ਸੀ ਤਾਂ ਉਹ ਇਹਨਾਂ ਮੁੱਦਿਆਂ ਕਰਕੇ ਵੀ ਸੀ, ਉਹਦੇ ਵਿੱਚ ਵੀ ਇਹ ਵੀ ਮੁੱਦੇ ਉਹਨਾਂ ਦਾ ਇੱਕ ਕਾਰਨ ਵੀ ਬਣ ਜਾਂਦੇ ਨੇ। ਕਈ ਵਾਰ ਬੰਦੇ ਨਿੱਜੀ ਵੀ ਲੈ ਜਾਂਦੇ ਇਹਨਾਂ ਚੀਜ਼ਾਂ ਨੂੰ। ਸੋ ਮੈਂ ਉਹਨਾਂ ਚੀਜ਼ਾਂ 'ਚ ਨਾ ਵੀ ਜਾਵਾਂ, ਪਰ ਫਿਰ ਵੀ ਕਾਂਗਰਸ ਨੇ ਜਿਸ ਕਿਸਮ ਦੀ ਇਹ ਮਤਲਬ ਕੀਤਾ ਹੈ, ਮੈਨੂੰ ਲੱਗਦਾ ਕਿ ਕਾਂਗਰਸ ਜਾਂ ਤਾਂ ਜਿਸ ਤਰ੍ਹਾਂ ਪਰ ਆਪਾਂ ਪਹਿਲਾਂ ਚਰਚਾ ਕੀਤੀ ਸੀ ਵੀ ਰਾਜਾ ਵੜਿੰਗ ਨੇ
ਸਿੱਧੀ ਚੁਣੌਤੀ ਦਿੱਤੀ ਹੈ ਕਿ ਮੈਂ ਅਬੋਹਰ ਦੇ ਵਿੱਚ ਲੜੂੰਗਾ, ਤੇ ਫਿਰ ਹੁਣ ਤਾਂ ਮੌਕਾ ਸੀਗਾ ਉਹਨਾਂ ਕੋਲ ਅਬੋਹਰ 'ਚ ਲੜਨ ਦਾ। ਹੁਣ ਤਾਂ ਉਹਨੂੰ ਜੇ ਟਰਮੀਨੇਟ ਕਰ ਦਿੰਦੇ ਤਾਂ ਉਹਨਾਂ ਕੋਲ ਬੜਾ ਵਧੀਆ ਮੌਕਾ ਬਣ ਜਾਣਾ ਸੀਗਾ ਕਿ ਉੱਥੇ ਲੜਦੇ, ਉਹਨੂੰ ਕਹਿੰਦੇ ਵੀ ਹੁਣ ਲੋ ਜੀ ਮੈਂ ਤੈਨੂੰ ਟਰਮੀਨੇਟ ਕਰਤਾ, ਹੁਣ ਦੇ ਅਸਤੀਫਾ, ਮੈਂ ਆ ਰਿਹਾ ਉੱਥੇ ਲੜਨ ਵਾਸਤੇ, ਤਾਂ ਜ਼ਿਆਦਾ ਮਜ਼ਬੂਤ ਸਥਿਤੀ 'ਚ ਹੁੰਦੀ ਕਾਂਗਰਸ। ਪਰ ਹੁਣ ਉਹਨਾਂ ਨੇ, ਮੈਨੂੰ ਐਂ ਲੱਗ ਰਿਹਾ ਕਿ ਜਿਵੇਂ ਇਲੈਕਸ਼ਨ 'ਚ ਨਾ ਉਤਰਨ ਦੀ, ਜਿਹੜਾ ਇੱਕ ਬਾਈ ਇਲੈਕਸ਼ਨ ਹੋਣਾ ਹੈ, ਅਗਰ ਉੱਥੇ ਅਸਤੀਫਾ ਦੇ ਦਿੰਦੇ ਆ ਸੰਦੀਪ ਜਾਖੜ, ਤਾਂ ਅਗਰ ਉੱਥੇ ਬਾਈ ਇਲੈਕਸ਼ਨ ਹੁੰਦਾ ਹੈ, ਉਸ ਤੋਂ ਵੀ ਅਮਰਿੰਦਰ ਰਾਜਾ ਵੜਿੰਗ ਡਰ ਗਿਆ ਹੈ। ਉਹਨਾਂ ਨੇ ਕਿਹਾ ਵੀ ਆਹ ਤਰੀਕਾ ਠੀਕ ਹੈ। ਇਹ ਤਰੀਕਾ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਅਪਣਾਇਆ ਸੀ, ਜਦੋਂ ਉਹਨਾਂ ਨੇ ਆਪਣੇ ਲਗਭਗ 8-10 MLA ਨੂੰ ਜਿਹੜਾ ਹੈਗਾ ਉਹ ਸਸਪੈਂਡ ਕਰਤਾ ਸੀਗਾ। ਇਸੇ ਤਰ੍ਹਾਂ ਹੀ 2 ਪਾਰਲੀਮੈਂਟ ਮੈਂਬਰ ਉਹਨਾਂ ਨੇ ਸਸਪੈਂਡ ਕਰਤੇ ਸੀ, ਧਰਮਵੀਰ ਗਾਂਧੀ ਹੋਣੀ ਤੇ ਜਿਹੜੇ ਹਰਿੰਦਰ ਖਾਲਸਾ ਹੋਣੀ ਹੈਗੇ ਆ। ਉਹ ਸਸਪੈਂਡ ਕਰਕੇ ਬੜਾ ਵਧੀਆ ਰਹਿੰਦਾ ਕਿ ਨਾ ਤਾਂ ਉਹ ਪਾਰਟੀ ਦੇ ਨੇ ਤੇ ਨਾ ਓਪੋਜੀਸ਼ਨ 'ਚ ਨੇ ਸਥਿਤੀ, ਔਰ ਓਪੋਜੀਸ਼ਨ 'ਚ ਉਹ ਜਾ ਨਹੀਂ ਸਕਦੇ, ਪਾਰਟੀ ਦੇ 'ਚ ਉਹਨਾਂ ਨੂੰ ਕੋਈ ਚੀਜ਼ਾਂ ਮਿਲਣੀਆਂ ਨਹੀਂ, ਯਾਨੀ ਨਾ ਤਾਂ ਉਹਨਾਂ ਨੂੰ, ਹੁਣ ਦੇਖੋ ਸੰਦੀਪ ਜਾਖੜ ਦੀ ਸਥਿਤੀ ਵੀ ਉਹਨਾਂ ਨੇ ਇਦਾਂ ਦੀ ਕਰਤੀ ਹੈ ਕਿ ਹੁਣ ਉਹਨਾਂ ਨੂੰ ਟਾਈਮ ਵੀ ਅਲੱਗ ਤੋਂ ਨਹੀਂ ਮਿਲੇਗਾ ਵਿਧਾਨ ਸਭਾ 'ਚ ਬੋਲਣ ਦਾ। ਸੋ ਇਸ ਤਰ੍ਹਾਂ ਦੀ ਸਥਿਤੀਆਂ ਮੈਨੂੰ ਲੱਗਦਾ ਕਿ ਜਿਹੜੀਆਂ ਪਾਰਟੀਆਂ ਪੈਦਾ ਕਰ ਰਹੀਆਂ ਨੇ, ਉਹ 'ਚ ਉਹਨਾਂ ਦੀ ਆਪਣੀ ਵੀ ਕਮਜ਼ੋਰੀਆਂ ਹੈਗੀਆਂ ਨੇ, ਜਿਹਨੂੰ ਛਿਪਾਉਣ ਦਾ ਯਤਨ ਕੀਤਾ ਜਾ ਰਿਹਾ। ਇਹ ਉਹਦਾ ਇੱਕ ਸਬੂਤ ਹੈਗਾ। ਹੈ ਤਾਂ ਹੈ, ਪਰ ਰਾਜਾ ਵੜਿੰਗ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ। ਤੁਸੀਂ ਕਹਿੰਦੇ ਸੀ ਵੀ ਉਹਨਾਂ ਕੋਲ ਮੌਕਾ ਸੀ, ਉਹਨੂੰ ਟਰਮੀਨੇਟ ਕਰ ਦਿੰਦੇ, ਅਗਲਾ ਸੌਖਾ ਹੋ ਜਾਂਦਾ, ਨਾਲ ਹੀ ਉਹਨੇ ਬੀਜੇਪੀ ਜੁਆਇਨ ਕਰ ਜਾਣੀ ਸੀ, ਨਾਲ ਹੀ ਉਹਨੂੰ ਵੱਖਰਾ ਸਮਾਂ ਉੱਥੇ ਮਿਲ ਜਾਣਾ ਸੀਗਾ ਆਜ਼ਾਦ ਰੂਪ 'ਚ। ਜਾਂ ਇਹ ਹੁਣ ਟੈਕਨੀਕਲਿਟੀਜ਼ ਨੇ ਕਿ ਕੀ ਭਾਜਪਾ ਦੇ MLA ਬਕਾਇਦਾ ਉਹ ਬਣ ਸਕਦੇ ਸੀ, ਉਹਨਾਂ 2 MLAs ਦੇ ਨਾਲ ਬੈਠ ਸਕਦੇ ਸੀ ਕਿ ਨਹੀਂ। ਖੈਰ ਇਹ ਤਾਂ ਹੋਈਆਂ ਨਹੀਂ ਚੀਜ਼ਾਂ, ਇਹ ਤਾਂ ਵੱਖਰਾ ਇਸ਼ੂ ਹੈ ਹੁਣ। ਪਰ ਕਾਂਗਰਸ ਨੇ ਸਸਪੈਂਡ ਕਰਕੇ ਹਲਕਾ ਖਾਲੀ ਕਰ ਲਿਆ। ਮੈਨੂੰ ਲੱਗਦਾ ਉਦੋਂ ਤੱਕ ਔਖਾ ਸੀ। ਹੁਣ ਸੰਦੀਪ ਜਾਖੜ ਬੀਜੇਪੀ ਵੱਲੋਂ ਉੱਥੇ ਆਪਣੀ ਕੰਪੇਨ ਸ਼ੁਰੂ ਕਰ ਸਕਣਗੇ। 24 ਦੇ ਵਿੱਚ ਵੀ ਉਹਨਾਂ ਲਈ ਆਸਾਨ ਹੋਊਗਾ। ਉਹ ਹੋਰ ਗਲਤੀਆਂ ਕਰਨਗੇ, ਉਹ ਹੋਰ ਇਹਨਾਂ ਨੂੰ ਪ੍ਰਵੋਕ ਕਰਨਗੇ, ਭੜਕਾਉਣਗੇ, ਤਾਂ ਕਿ ਉਹਨਾਂ ਨੂੰ ਕੱਢ ਹੀ ਦੇਣ ਪਾਰਟੀ ਚੋਂ ਤੇ ਉਹਨਾਂ ਲਈ ਰਾਹ ਸੌਖਾ ਹੋਵੇ। ਭਾਸਕਰ ਸਾਹਿਬ, ਇਹਦੇ ਤੇ ਟਿੱਪਣੀ ਤਾਂ ਦਿਓ ਹੀ ਦਿਓ। ਤੇ ਨਾਲ ਦੀ ਨਾਲ ਹੀ ਕੱਲ ਜਿਹੜਾ ਕੇਜਰੀਵਾਲ ਨੇ ਕਾਂਗਰਸ ਨੂੰ ਚੜਾਇਆ ਛੱਤੀਸਗੜ੍ਹ ਦੇ ਵਿੱਚ ਜਾ ਕੇ, ਜਿੱਥੇ ਕਾਂਗਰਸ ਦੀ ਗਵਰਨਮੈਂਟ ਹੈ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਦੀਆਂ, ਦਿੱਲੀ ਦੀਆਂ ਪ੍ਰਾਪਤੀਆਂ ਤੇ ਮਾਡਲ ਗਣਾਏ ਨੇ। ਤੇ ਗੱਲ ਇਹ ਹੈ ਵੀ ਭਾਈਵਾਲ ਤਾਂ ਤੁਸੀਂ ਹੈਗੇ ਹੋ, ਤਾਂ ਇੱਕ ਦੂਜੇ ਨੂੰ ਚੁੰਡੀਆਂ ਵੱਢ ਕੇ ਕਿੱਦਾਂ ਚੱਲੂਗਾ? ਇਹਦਾ ਮਤਲਬ ਅਜੇ ਇਹਨਾਂ ਨੇ ਨਿੱਠ ਕੇ ਫਾਈਨਲ ਕਰਨਾ ਹੈ ਵੀ ਕਿਹਦਾ ਰਾਹ ਕਿੱਥੇ ਰੋਕਣਾ ਹੈ, ਜਾਂ ਕੋਈ ਪਾਬੰਦੀਆਂ ਲਾਉਣੀਆਂ ਇੱਕ ਦੂਜੇ ਤੇ, ਜਾਂ ਫਿਰ ਇਹ ਗੱਠਜੋੜ ਟੁੱਟਣ ਲਈ, ਜਾਂ ਇੱਕ ਬਣਾਈ ਹੋਈ ਇੱਕ ਸਕ੍ਰਿਪਟ ਆਪਣੀ ਕਿ ਕੱਢੋ ਮੈਂ ਤਾਂ ਤੁਹਾਡੇ ਨਾਲ ਇੰਨਾ ਹੀ ਚੱਲਣਾ ਜਿੰਨੀ ਮੇਰੀ ਲੋੜ ਆ। ਕੇਜਰੀਵਾਲ ਸਾਹਿਬ ਵਿੱਚ ਵਿਚਾਲੇ ਰਹਿਣਾ ਚਾਹੁਣਗੇ, ਪਸੰਦ ਕਰਨਗੇ ਇਸ ਗੱਲ ਨੂੰ। ਉਹ ਨਹੀਂ ਚਾਹੁਣਗੇ ਕਿ ਤਾਕਤ ਵੱਡੀ ਮੇਰੇ ਖਿਲਾਫ ਪੂਰੀ ਭੁਗਤ ਜੇ ਔਰ ਦਿੱਲੀ ਦੇ ਵਿੱਚ ਮੇਰੇ ਲਈ ਔਖਾ ਹੋ ਜੇ, ਕਿਉਂਕਿ ਇੰਨੇ ਕੁ ਮਾਮਲੇ ਨੇ ਕਿ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰੀ ਦਾ ਵੀ ਡਰ ਹੋਊਗਾ ਅੱਗੇ ਜਾ ਕੇ। ਕੀ ਕਹਿੰਦੇ ਹੋ? ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਸੁਨੀਲ ਜਾਖੜ ਜਾਂ ਸੰਦੀਪ ਜਾਖੜ ਉਹਨਾਂ ਦੀ ਗੱਲ ਕੀਤੀ, ਪਹਿਲੇ ਆਪਾਂ ਉਹਦੇ ਉੱਤੇ ਗੱਲ ਕਰ ਲਈਏ। ਹੁਣ ਟਵੀਟੋਂ ਟਵੀਟ ਹੋਏ ਰਾਜਾ ਵੜਿੰਗ ਹੋਣਾ ਔਰ ਸੰਦੀਪ ਜਾਖੜ, ਔਰ ਸੰਦੀਪ ਜਾਖੜ ਉਹਨਾਂ ਨੇ ਵੀ ਬੜੇ ਕਰਾਰੇ ਜਵਾਬ ਦਿੱਤੇ। ਤੁਹਾਨੂੰ ਯਾਦ ਹੋਏਗਾ ਉਹਨਾਂ ਨੇ ਤੇ ਇੱਥੇ ਤੱਕ ਵੀ ਐਲੀਗੇਸ਼ਨ ਲਾਤਾ ਸੀ, ਮੈਂ ਟੋਪੀ ਪਾ ਕੇ, ਮੂੰਹ ਤੇ ਮਾਸਕ ਪਾ ਕੇ ਸੱਤਾਧਾਰੀਆਂ ਨਾਲ ਮਿਲਦਾ ਨਹੀਂ ਔਰ ਆਪਣੇ ਕੋਈ ਕੰਪਰੋਮਾਈਜ਼ ਨਹੀਂ ਕਰਦਾ। ਇਹ ਸਾਰੀ ਗੱਲਾਂ ਦੇ ਉੱਤੇ ਹੁਣ ਫੈਸਲਾ ਹੋ ਗਿਆ। ਇਹ ਨਹੀਂ ਹੋਇਆ ਕਿ ਵੀ ਰਾਜਾ ਵੜਿੰਗ ਉਹਨਾਂ ਨੂੰ ਤਾਰਿਕ ਅਨਵਰ ਨੂੰ ਕੁਝ ਗਿਆ ਤੇ ਉਸ ਤੋਂ ਬਾਅਦ ਹੋ ਗਿਆ। ਹਾਲਾਂਕਿ ਤਾਰਿਕ ਅਨਵਰ ਉਹਨਾਂ ਨੇ, ਤੁਹਾਨੂੰ ਯਾਦ ਹੋਏਗਾ, ਜਦ ਨਵਜੋਤ ਸਿੱਧੂ ਉਹਨਾਂ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਸੀਗਾ, ਉਹਦੇ ਵਿੱਚ ਚੇਚੇ ਤੌਰ ਤੇ ਲਿਖਿਆ ਗਿਆ ਸੀ ਔਨ ਦੀ ਰਿਕਮੈਂਡੇਸ਼ਨ ਆਫ ਰਾਜਾ ਵੜਿੰਗ। ਇਸ ਸਸਪੈਂਸ਼ਨ ਦੇ ਵਿੱਚ ਵੀ ਰਿਕਮੈਂਡੇਸ਼ਨ ਰਾਜਾ ਵੜਿੰਗ ਦੀ ਹੈਗੀ ਹੈ। ਉਹ ਰਾਜਾ ਵੜਿੰਗ ਬਹੁਤ ਟਾਈਮ ਤੋਂ ਚੈਲੰਜ ਕਰ ਰਹੇ ਸੀ, ਉਹ RSS ਦੇ ਵਰਕਰ, ਝੰਡੇ ਦੀ ਗੱਲ। ਹੁਣ ਜਿਹੜੀ ਗੱਲ ਝੰਡੇ ਦੀ ਰਾਜਾ ਵੜਿੰਗ ਉਹਨਾਂ ਨੇ ਕੀਤੀ ਹੈ, ਅਬੋਹਰ ਦੇ ਵਿੱਚ ਮੈਨੂੰ ਲੱਗਦਾ ਹੈ ਬਹੁਤ ਸਾਰੇ ਘਰਾਂ ਦੇ ਵਿੱਚੋਂ, ਦਫ਼ਤਰਾਂ ਦੇ ਵਿੱਚੋਂ ਕਾਂਗਰਸ ਦਾ ਝੰਡਾ ਲੱਗ ਗਿਆ, ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਜਿਸ ਤਰੀਕੇ ਨਾਲ 49 ਤੋਂ ਕਾਫੀ ਸਾਰੇ ਮੈਕਸਿਮਮ ਜਿਹੜੇ ਕਾਉਂਸਲਰ ਸੀਗੇ ਉਹ ਹੁਣ ਭਾਜਪਾ ਜੁਆਇਨ ਕਰ ਚੁੱਕੇ ਨੇ, ਔਰ ਉਹਨਾਂ ਦੇ ਆਪ ਦੇ ਘਰ ਦੇ ਵਿੱਚ ਸੰਦੀਪ ਜਾਖੜ ਉਹਨਾਂ ਦੇ, ਉਹ ਭਾਜਪਾ ਦਾ ਝੰਡਾ ਹੁਣ ਥੋੜਾ ਜਿਹਾ ਹੋਰ ਉੱਚਾ ਹੋ ਜਾਏਗਾ, ਕਿਉਂਕਿ ਉਹਨਾਂ ਨੂੰ ਕੋਈ ਹੁਣ ਐਸੇ ਕੋਈ ਗੁਰੇਜ਼ ਨਹੀਂ ਹੋਏਗਾ। ਉਹ ਆਪਣੀ ਐਕਟੀਵਿਟੀਜ਼ ਅਗਰ ਬੀਜੇਪੀ ਦੀ ਸਪੋਰਟ ਜਾਂ ਆਪਣੇ ਅੰਕਲ ਦੀ ਸਪੋਰਟ ਦੇ ਵਿੱਚ ਵੀ ਕਰ ਰਹੇ ਨੇ ਤੇ ਕਰ ਸਕਦੇ ਨੇ। ਹੁਣ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ, ਜਿਹੜਾ ਕੱਲ ਛੱਤੀਸਗੜ੍ਹ ਸਾਡਾ ਹੈਲੀਕਾਪਟਰ ਵੀ ਗਿਆ ਸੀ, ਜਿਹਦਾ ਜ਼ਿਕਰ ਅਸੀਂ ਕੱਲ ਵੀ ਕਿਹਾ ਸੀ, ਉਹ ਭਾਸ਼ਣ ਦੇ ਰਹੇ ਸੀਗੇ। ਉਸ ਭਾਸ਼ਣ ਦੇ ਵਿੱਚ ਮੈਂ ਨਿੱਠ ਕੇ ਉਹ ਭਾਸ਼ਣ ਸੁਣਿਆ ਪੂਰਾ। ਉਸ ਭਾਸ਼ਣ ਦੇ ਵਿੱਚ ਬੀਜੇਪੀ ਦੇ ਖਿਲਾਫ ਘੱਟ ਤੇ ਕਾਂਗਰਸ ਦੀ ਛੱਤੀਸਗੜ੍ਹ ਦੀ ਸਰਕਾਰ ਦੇ ਖਿਲਾਫ ਜ਼ਿਆਦਾ ਅਟੈਕ ਸੀਗਾ। ਉਹਨਾਂ ਨੇ ਆਪਣੀ ਭਾਸ਼ਣ ਦੀ ਸ਼ੁਰੂਆਤ ਹੀ ਏਦਾਂ ਕੀਤੀ ਕਿ ਅਸੀਂ ਤੇ ਵੱਡਾ ਹੋਲ ਭਾਲਦੇ ਸੀਗੇ,
ਅਸੀਂ ਚਾਹੁੰਦੇ ਸੀ 2-3 ਹਾਲ ਕਰ ਲਈਏ ਤਾਂ ਕਿ ਇਕੱਠ ਬਹੁਤ ਜ਼ਿਆਦਾ ਹੈਗਾ ਔਰ ਇੱਥੇ ਬੰਦੇ ਜ਼ਿਆਦਾ ਆ ਨਹੀਂ ਸਕਦੇ, ਬਾਹਰ ਖੜੇ ਨੇ, ਪਰ ਸਰਕਾਰ ਨੇ ਕੈਂਸਲ ਕਰਦਾ। ਉਹ ਕਹਿੰਦੇ ਤੁਸੀਂ ਇਹ ਸਰਕਾਰ ਕੈਂਸਲ ਕਰ ਦਿਓ, ਯਾਨੀ ਕਾਂਗਰਸ ਦੀ ਸਰਕਾਰ ਨੂੰ ਕੈਂਸਲ ਕਰਨ ਦੀ ਅਪੀਲ ਕਰਦੇ ਹੋਏ ਉਹ ਆਪਣਾ ਭਾਸ਼ਣ ਸ਼ੁਰੂ ਕਰਦੇ ਨੇ। ਫਿਰ ਗੱਲ ਕਰਦੇ ਨੇ 10 ਗਰੰਟੀਆਂ ਦੀ। ਸੰਕਲਪ ਪੱਤਰ ਭਾਜਪਾ ਦਾ ਉਹਦਾ ਜ਼ਿਕਰ ਘੱਟ ਤੇ ਮੈਨੀਫੈਸਟੋ ਕਾਂਗਰਸ ਦਾ ਉਹਦਾ ਜ਼ਿਕਰ ਜ਼ਿਆਦਾ ਕਰਦੇ ਨੇ ਔਰ ਇਹ ਗੱਲ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਅਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਬਿਜਲੀ ਮਾਫ ਔਰ ਇੱਥੇ ਤੱਕ ਕਿ ਜਿਹੜੀ ਮਹਿਲਾਵਾਂ ਨੂੰ ਸਾਡੇ ਇੱਥੇ 1000 ਦਾ ਦਾਵਾ ਜਾਂ ਵਾਅਦਾ ਕੀਤਾ ਹੈਗਾ, ਉੱਥੇ 3000 ਦਾ ਕਰਕੇ ਆਉਂਦੇ ਨੇ 3 ਗੁਣਾ, ਕਿ ਜੇ ਛੱਤੀਸਗੜ੍ਹ ਦੇ ਵਿੱਚ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ 3000 ਰੁਪਏ ਮਹਿਲਾਵਾਂ ਨੂੰ ਹਰ ਮਹੀਨੇ ਦੇਵਾਂਗੇ, ਇੱਕ ਤਰੀਕੇ ਨਾਲ ਉਹਨਾਂ ਦੇ ਘਰ ਚਲਾਉਣ ਵਾਸਤੇ। ਇਹਨਾਂ ਸਾਰੀ ਗੱਲਾਂ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਆਲਰੇਡੀ ਰਫੜ ਪੜਿਆ ਹੋਇਆ ਸੀਗਾ ਦਿੱਲੀ ਤੇ ਪੰਜਾਬ ਦੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ, ਉਹ ਹੁਣ ਛੱਤੀਸਗੜ੍ਹ ਦੇ ਵਿੱਚ ਵੀ ਪੈ ਗਿਆ। ਕਈ ਵਾਰ ਕੋਈ ਵੀ ਪੋਲੀਟੀਕਲ ਪਾਰਟੀ ਆਪਣਾ ਸਟੇਕ ਵੱਡਾ ਕਰਨ ਵਾਸਤੇ ਇਸ ਤਰੀਕੇ ਦੇ ਡਿਸਪਿਊਟ ਪਾ ਕੇ ਰੱਖਦੀ ਹੈ, ਕਿਉਂਕਿ ਜਦ 31 ਅਗਸਤ ਜਾਂ 1 ਸਤੰਬਰ ਨੂੰ ਸਾਰੀ ਪਾਰਟੀਆਂ ਜੁੜਨਗੀਆਂ ਤੇ ਆਪਣੇ ਆਪਣੇ ਕਲੇਮ ਜਾਂ ਸੀਟ ਸ਼ੇਅਰਿੰਗ ਦੇ ਉੱਤੇ ਆਪਣੀ ਆਪਣੀ ਗੱਲ ਰੱਖਣਗੀਆਂ। ਹੁਣ ਦਿੱਲੀ ਦੇ ਵਿੱਚ ਕੀ ਸਥਿਤੀ ਹੈ? ਦਿੱਲੀ ਦੇ ਵਿੱਚ ਭਾਵੇਂ ਕਾਂਗਰਸ ਦੀ 0 ਸੀਟ ਹੈ, ਲੇਕਿਨ ਜੇ 2019 ਦੇ ਇਲੈਕਸ਼ਨ ਲੋਕ ਸਭਾ ਇਲੈਕਸ਼ਨ ਨੂੰ ਮੱਦੇਨਜ਼ਰ ਰੱਖੇ ਹੋ ਤੇ 7 ਵਿੱਚੋਂ 5 ਸੀਟਾਂ ਦੇ ਵਿੱਚ ਕਾਂਗਰਸ ਨੰਬਰ 2 ਤੇ ਆਈ ਸੀ ਔਰ ਕੇਜਰੀਵਾਲ ਸਾਹਿਬ ਦੀ 2 ਹੀ ਜਗ੍ਹਾ ਤੇ ਸਿਰਫ ਨੰਬਰ 2 ਤੇ ਪਾਰਟੀ ਆਈ ਸੀ। ਯਾਨੀ ਕਾਂਗਰਸ ਦਾ ਕਲੇਮ ਇਸ ਬੇਸ ਤੇ ਵੀ ਹੋ ਸਕਦਾ ਹੈ ਕਿ ਅਸੀਂ ਨੰਬਰ 2 5 ਸੀਟਾਂ ਤੇ ਸੀਗੇ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਲੋਕ ਸਭਾ ਸੀਟਾਂ ਦੇ ਉੱਤੇ ਕਾਂਗਰਸ ਦਾ ਕਲੇਮ ਇਸ ਕਰਕੇ ਵੀ ਹੋ ਸਕਦਾ ਹੈ ਕਿ ਸਾਡੀ ਤੇ 8 ਸੀਗੀ 2019 ਦੇ ਵਿੱਚ, ਤੁਹਾਡੀ ਸਿਰਫ 1 ਸੀਗੀ, ਤੇ ਹੁਣੇ ਵੀ ਤੁਸੀਂ 1 ਹੋ ਤੇ ਅਸੀਂ 7 ਹਾਂ ਤੇ ਸਾਡਾ ਕਲੇਮ ਵੱਡਾ ਬਣਦਾ। ਇਹਨਾਂ ਕਲੇਮਾਂ ਨੂੰ ਹੋਰ ਸਟਰੈਂਥਨ ਕਰਨ ਵਾਸਤੇ ਯਾਨੀ 31 ਅਗਸਤ ਤੇ 1 ਸਤੰਬਰ ਦੀ ਮੀਟਿੰਗ, ਇਹ ਸਾਰੀ ਕਵਾਇਦ ਚੱਲ ਰਹੀ ਹੈ। ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤੇ ਹੁਣ ਛੱਤੀਸਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਇਲੈਕਸ਼ਨ ਦੀ ਤਾਲ ਠੋਕਤੀ ਹੈ। ਉਹਦੀ ਵਜ੍ਹਾ ਅੱਗੇ ਚੱਲ ਕੇ ਕੀ ਹੁੰਦੀ ਹੈ, ਅਲਾਈਅੰਸ ਹੋਏਗਾ ਨਹੀਂ ਹੋਏਗਾ ਤੇ ਬਾਅਦ ਚੋਂ ਪਤਾ ਲੱਗੇਗਾ, ਪਰ ਐਦਾਂ ਦੀ ਗੱਲਾਂ ਕੁਝ ਵੈਸਟ ਬੰਗਾਲ ਤੋਂ ਵੀ ਆ ਰਹੀ ਹੈ। ਉੱਥੇ ਵੀ ਰਫੜ ਪਿਆ ਹੋਇਆ। ਉੱਥੇ ਜਦ ਅਧੀਰ ਰੰਜਨ ਚੌਧਰੀ ਉਹ ਜਦ ਪਹਿਲੇ ਕਹਿੰਦੇ ਸੀ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਸੀਟ ਐਡਜਸਟਮੈਂਟ ਤ੍ਰਿਣਮੂਲ ਕਾਂਗਰਸ ਦੇ ਨਾਲ ਨਹੀਂ ਕਰਨਗੇ, ਕੱਲ ਇੱਕ ਮੰਤਰੀ ਦਾ ਜਵਾਈ ਆਪਣੀ ਪਾਰਟੀ 'ਚ ਸ਼ਾਮਿਲ ਕਰ ਲਿਆ। ਇਸ ਤੋਂ ਬਾਅਦ ਆਮ ਆਦਮੀ ਤ੍ਰਿਣਮੂਲ ਕਾਂਗਰਸ ਨੂੰ ਗੁੱਸਾ ਤੇ ਚੜਿਆ, ਪਰ ਕਰੀਏ ਕੀ? ਇਹਨਾਂ ਸਾਰੀ ਗੱਲਾਂ ਦੇ ਉੱਤੇ ਨਿੱਠ ਕੇ ਗੱਲ ਹੋਣੀ ਹੈ ਉਹੀ ਮੁੰਬਈ ਵਾਲੀ ਮੀਟਿੰਗ ਦੇ ਵਿੱਚ, ਜਿਹਦੇ ਉੱਤੇ ਆਲਰੇਡੀ ਸ਼ਰਦ ਪਵਾਰ ਜਿਹੜੇ ਉਸ ਮੀਟਿੰਗ ਦੇ ਹੋਸਟ ਨੇ ਉਹਨਾਂ ਨੂੰ ਸ਼ੱਕ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ। ਹੁਣ ਏਦਾਂ ਦੇ ਹਾਲਾਤ ਵਿੱਚ ਬੀਜੇਪੀ ਵਾਸਤੇ ਇੱਕ ਖੁਸ਼ੀ ਦੀ ਵਜ੍ਹਾ ਤੇ ਹੈਗੀ ਹੈ ਕਿ ਇਹ ਜਿਹੜਾ ਇਕੱਠੇ ਹੋ ਰਹੇ ਨੇ 26 ਪਾਰਟੀ, ਉਸ ਤੋਂ ਵਿੱਚ ਪਹਿਲੇ ਹੀ ਜਿਹੜਾ ਰਫੜ ਪਿਆ ਹੋਇਆ ਤੇ 31 ਨੂੰ ਕਿਤੇ ਇੱਕ ਦੂਜੇ ਦੇ ਕੱਪੜੇ ਪਾੜ ਕੇ ਉਸ ਮੀਟਿੰਗ ਤੋਂ ਬਾਹਰ ਨਾ ਨਿਕਲਣ। ਇਹ ਵੀ ਸਾਰੀ ਗੱਲਾਂ ਹੁਣ ਪੋਲੀਟੀਕਲ ਚਸ਼ਮੇ ਦੇ ਰਾਹੀਂ ਦੇਖੀ ਜਾ ਰਹੀ। ਤੁਹਾਨੂੰ ਕੀ ਲੱਗਦਾ ਵੀ ਇਹ ਜਿੱਦਾਂ ਹਰਿਆਣੇ ਦੇ ਵਿੱਚ ਕਮੇਟੀ ਦੀ ਮੀਟਿੰਗ ਸੀ ਤੇ ਉੱਥੇ ਗਾਲੀ ਗਲੋਚ ਹੋ ਗਿਆ, ਦਾਦੂਵਾਲ ਤੇ ਹੋਰ ਸਾਰੇ, ਇਹ ਵੀ ਅੰਦਰ ਕਰਨਗੇ? ਨਹੀਂ, ਇਹ ਜੇ ਮੈਨੂੰ ਲੱਗਦਾ ਸਿਆਣੇ ਨੇ ਸਾਡੇ ਸਿੰਘ, ਕਿਤੇ ਜ਼ਿਆਦਾ ਹੀ ਥੋੜਾ ਗੁੱਸਾ ਖਾ ਜਾਂਦੇ ਆ, ਇਹਨਾਂ ਦਾ ਗੁੱਸਾ ਨੱਕ ਤੇ ਰਹਿੰਦਾ ਹੈ। ਆਪਾਂ ਹੁਣ ਉਹਨਾਂ ਮਾਮਲਿਆਂ 'ਚ ਇੰਦਰਪ੍ਰੀਤ ਜੀ ਕੀ ਜਾਣਾ ਹੈ, ਧਰਮ ਦੇ ਮਾਮਲੇ ਆ, ਪਰ ਇਹ ਕਿੰਨੇ ਧਰਮ ਤੋਂ ਦੂਰ ਆ ਵੈਸੇ ਨਾ, ਕਿ ਕਿੰਨੇ ਸਹਿਜ ਹੁੰਦੇ ਆ ਲੋਕ ਜਿਹੜੇ ਰੱਬ ਦੇ ਨੇੜੇ ਹੁੰਦੇ ਆ, ਗੁਰੂ ਘਰਾਂ ਦੇ ਨੇੜੇ ਹੁੰਦੇ ਆ, ਤੇ ਇਹ ਏਡੇ ਏਡੇ ਬਾਣੇ ਪਾ ਕੇ ਤੇ ਸ਼ਕਲਾਂ ਜਿਹੜੀਆਂ ਇਹਨਾਂ ਦੀਆਂ ਉਹਦੇ ਅੰਦਰਲੇ ਪਾਸੇ ਕੀ ਕੁਝ ਭਰਿਆ ਹੋਇਆ, ਗਾਲ ਏਡੀ ਮੋਟੀ ਕੱਢਦੇ ਆ। ਆਪਣਾ ਆਪ ਦਿਖਾਉਣ ਦੀ ਕੀ ਲੋੜ ਹੁੰਦੀ ਹੈ? ਗੁੱਸੇ ਨੂੰ ਸ਼ਾਂਤ ਵੀ ਕੀਤਾ ਜਾ ਸਕਦਾ। ਖੈਰ ਕੁਦਰਤ ਦਾ ਵੀ ਨੇਮ ਹੈ ਕਿ ਬਹੁਤੀ ਦੇਰ ਪਰਦਾ ਨਹੀਂ ਪਾ ਕੇ ਰੱਖਦੀ, ਸਭ ਦੇ ਫੇਸ ਨੰਗੇ ਕਰ ਹੀ ਦਿੰਦੀ ਹੈ। ਪਰ ਮੈਂ ਤੁਹਾਡੇ ਤੋਂ ਪੁੱਛਣਾ ਹੈ, ਜਦੋਂ ਸਾਰੇ ਰੌਲੇ ਪੈ ਰਹੇ ਆ, ਨਤੀਸ਼ ਕੁਮਾਰ ਦਾ ਆਪਣੇ ਗਵਰਨਰ ਨਾਲ ਪੰਗਾ ਪੈ ਗਿਆ, ਬਿਹਾਰ ਦੇ ਮੁੱਖ ਮੰਤਰੀ ਦਾ। ਭਾਸਕਰ ਸਾਹਿਬ, ਇਹ ਵੀ ਲੱਗਦੇ ਹੱਥ 'ਚ ਤੁਸੀਂ ਹੁਣ ਕੌਮੀ ਰਾਜਨੀਤੀ ਫੜੀ ਹੋਈ ਹੈ ਤੇ ਉਹਦੇ 'ਚ ਵਿਚਾਰ ਲਾਈਨਾਂ ਬੋਲ ਕੇ ਸਾਡੀ ਸਾਂਝ ਪਵਾਈ ਜਾਓ, ਫੇਰ ਹੀ ਅੱਗੇ ਵੱਧਦੇ ਆ। ਗਵਰਨਰਾਂ ਤੇ ਮੁੱਖ ਮੰਤਰੀਆਂ ਦੇ ਵਿੱਚ ਟਕਰਾਅ, ਉਸ ਲਿਸਟ ਦੇ ਵਿੱਚ ਇੱਕ ਹੋਰ ਸੂਬੇ ਦਾ ਨਾਂ ਜੁੜ ਗਿਆ, ਬਿਹਾਰ। ਉੱਥੇ ਵੀ ਰਫੜ ਪਿਆ ਯੂਨੀਵਰਸਿਟੀਆਂ ਨੂੰ ਲੈ ਕੇ, ਕਾਰਨ ਕਿ ਉਹਦੇ ਵਿੱਚ ਬਾਬਾ ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਹੈਗੀ ਹੈ ਮੁਜ਼ੱਫਰਪੁਰ ਦੇ ਵਿੱਚ, ਔਰ ਸੂਬੇ ਦੇ ਐਜੂਕੇਸ਼ਨ ਡਿਪਾਰਟਮੈਂਟ ਨੇ 2 ਵੱਡੇ ਅਧਿਕਾਰੀ ਨਹੀਂ ਕਵਾਂਗੇ ਆਪਾਂ, ਇੱਕ ਤੇ ਜਿਹੜੇ ਵਾਈਸ ਚਾਂਸਲਰ ਦਾ ਜਿਨ੍ਹਾਂ ਕੋਲ ਐਕਟਿੰਗ ਚਾਰਜ ਹੈਗਾ, ਔਰ ਦੂਜੇ ਪ੍ਰੋ ਵਾਈਸ ਚਾਂਸਲਰ। ਇਹਨਾਂ ਦੇ ਨਾਂ ਵੀ ਹੈਗੇ ਨੇ ਸ਼ੈਲੇਂਦਰ ਕੁਮਾਰ ਚਤੁਰਵੇਦੀ, ਜਿਨ੍ਹਾਂ ਨੂੰ ਵਾਈਸ ਚਾਂਸਲਰ ਦਾ ਚਾਰਜ ਮਿਲਿਆ ਹੋਇਆ, ਔਰ ਦੂਜੇ ਰਵਿੰਦਰ ਕੁਮਾਰ ਜਿਹੜੇ ਪ੍ਰੋ ਵਾਈਸ ਚਾਂਸਲਰ ਨੇ। ਇਹਨਾਂ ਦੇ ਅਕਾਊਂਟ ਫਰੀਜ਼ ਕਰਨ ਦਾ ਫੈਸਲਾ ਸਰਕਾਰ ਨੇ, ਸੂਬੇ ਦੀ ਸਰਕਾਰ ਨੇ, ਐਜੂਕੇਸ਼ਨ ਡਿਪਾਰਟਮੈਂਟ ਨੇ ਕਰ ਲਿਆ। ਇਸ ਗੱਲ ਦੇ ਉੱਤੇ ਗੁੱਸਾ ਕਿਹਨੂੰ ਚੜਿਆ? ਗੁੱਸਾ ਚੜਿਆ ਗਵਰਨਰ ਸਾਹਿਬ ਨੂੰ। ਗਵਰਨਰ ਸਾਹਿਬ ਕਿਉਂਕਿ ਉਹ ਚਾਂਸਲਰ ਹੈਗੇ ਆ ਉਸ ਯੂਨੀਵਰਸਿਟੀ ਦੇ, ਕਹਿੰਦੇ ਮੈਨੂੰ ਤੁਸੀਂ ਕੌਨਫੀਡੈਂਸ ਵਿੱਚ ਲਏ ਬਗੈਰ ਕਿੱਦਾਂ ਤੁਸੀਂ ਮੇਰੇ ਵਾਈਸ ਚਾਂਸਲਰ ਜਾਂ ਫਿਰ ਪ੍ਰੋ ਵਾਈਸ ਚਾਂਸਲਰ ਦੇ ਖਿਲਾਫ ਐਕਸ਼ਨ ਲੈ ਸਕਦੇ ਹੋ? ਜਦ ਬੈਂਕ ਫਰੀਜ਼ ਕਰਨ, ਅਕਾਊਂਟ ਫਰੀਜ਼ ਕਰਨ ਦੇ ਆਰਡਰ ਬੈਂਕਾਂ ਦੇ ਵਿੱਚ ਪਹੁੰਚਦੇ ਨੇ ਤੇ ਨਾਲ ਦੇ ਨਾਲ
ਗਵਰਨਰ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ, ਜਿੱਦਾਂ ਸਾਡੇ ਇੱਥੇ ਕੇ.ਵੀ. ਸ਼ਿਵਾ ਪ੍ਰਸਾਦ ਹੈਗੇ ਨੇ, ਉੱਥੇ ਜਿਹੜੇ ਗਵਰਨਰ ਸਾਹਿਬ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹ ਰੋਬਰਟ ਚੌਂਗਟੂ ਹੈਗੇ ਨੇ। ਉਹਨਾਂ ਨੇ ਵੀ ਨਾਲ ਦੇ ਨਾਲ ਇੱਕ ਚਿੱਠੀ ਲਿਖੀ ਬੈਂਕ ਨੂੰ ਤੇ ਇੱਕ ਲਿਖੀ ਸਰਕਾਰ ਨੂੰ। ਸਰਕਾਰ ਨੂੰ ਪੁੱਛਿਆ ਵੀ ਤੁਸੀਂ ਕਿੰਨਾ ਐਕਸ਼ਨ ਲੈ ਸਕਦੇ ਹੋ, ਇਹ ਤੇ ਚਾਂਸਲਰ ਸਾਹਿਬ ਦੇ ਅਧੀਨ ਆਉਂਦੀ ਹੈ ਸਾਰੀ ਗੱਲਾਂ, ਜੇ ਐਕਸ਼ਨ। ਔਰ ਬੈਂਕ ਨੂੰ ਕੀ ਚਿੱਠੀ ਲਿਖੀ, ਇਹਨਾਂ ਦੇ ਅਕਾਊਂਟ ਫਰੀਜ਼ ਨਾ ਕਰਨਾ, ਤੁਹਾਨੂੰ ਅਸੀਂ ਆਰਡਰ ਦੇ ਰਹੇ ਹਾਂ, ਔਰ ਇਹ ਬਤੌਰ ਚਾਂਸਲਰ ਗਵਰਨਰ ਸਾਹਿਬ ਦੇ ਆਰਡਰ ਨੇ। ਔਰ ਗਵਰਨਰ ਸਾਹਿਬ ਜਿਹੜੇ ਰਾਜਿੰਦਰ ਵਿਸ਼ਵਨਾਥ ਅਰਲੇਕਰ ਨੇ, ਉਹਨਾਂ ਨੇ ਵੀ ਇਹਦੇ ਉੱਤੇ ਸਟੈਂਡ ਲੈ ਲਿਆ। ਔਰ ਇਹਨਾਂ ਵਾਈਸ ਚਾਂਸਲਰ ਜਾਂ ਯੂਨੀਵਰਸਿਟੀਆਂ ਦੇ ਮੁੱਦੇ ਦੇ ਉੱਤੇ ਪਹਿਲੇ ਕੇਰਲਾ 'ਚ ਪੰਗਾ ਪਿਆ, ਉਹਨਾਂ ਨੇ ਤੇ ਗਵਰਨਰ ਸਾਹਿਬ ਨੂੰ ਚਾਂਸਲਰ ਦੇ ਪਦ ਤੋਂ ਹਟਾਉਣ ਦਾ ਬਿੱਲ ਬਹੁਤ ਪਹਿਲੇ ਪਾਸ ਕੀਤਾ ਸੀਗਾ। ਵੈਸਟ ਬੰਗਾਲ ਦੇ ਵਿੱਚ ਵੀ ਜਦ ਜਗਦੀਪ ਧਨਕਰ ਹੁੰਦੇ ਸੀ, ਜਾਂ ਹੁਣੇ ਵੀ ਜਿਹੜੇ ਬੋਸ ਸਾਹਿਬ ਹੈਗੇ ਨੇ ਗਵਰਨਰ ਸਾਹਿਬ, ਉਹਨਾਂ ਦੇ ਨਾਲ ਵੀ ਯੂਨੀਵਰਸਿਟੀਆਂ ਨੂੰ ਲੈ ਕੇ ਪੰਗਾ ਪਿਆ, ਜਦ ਉਹਨਾਂ ਨੇ ਕੁਝ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਿਨਾਂ ਸਰਕਾਰ ਨੂੰ ਕੰਸਲਟ ਕੀਤੇ ਅਪਾਇੰਟ ਕਰਤੇ। ਸਾਡੇ ਗਵਰਨਰ ਸਾਹਿਬ ਨੇ ਵੀ ਜਿਸ ਤਰੀਕੇ ਨਾਲ GNDU ਦੇ ਗਵਰਨਰ ਸਾਹਿਬ ਦੀ 1 ਸਾਲ ਦੀ ਐਕਸਟੈਂਸ਼ਨ ਦੀ ਰਿਕਮੈਂਡੇਸ਼ਨ ਨੂੰ 6 ਮਹੀਨੇ ਦੀ ਕਰਕੇ ਇੱਕ ਪੰਗਾ ਪਾਤਾ। ਔਰ ਇਹ ਸਾਰੀ ਜਿਹੜੀ ਰਾਜਨੀਤੀ ਹੈ ਜਾਂ ਸਾਰੀ ਜਿਹੜੀ ਗੱਲਾਂ ਹੈਗੀ ਹੈ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਦੀ, ਉਸ ਲਿਸਟ ਦੇ ਵਿੱਚ ਇੱਕ ਨਾਂ ਬਿਹਾਰ ਦਾ ਹੁਣ ਹੋਰ ਐਡ ਹੋ ਗਿਆ। ਭਾਸਕਰ ਸਾਹਿਬ, ਤੁਸੀਂ ਭੁੱਲ ਗਏ ਮਾਮਲਾ ਵੀ ਸਾਡੇ ਵਾਲੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਤਾਂ ਚਾਂਸਲਰ ਦੇ ਅਹੁਦੇ ਤੋਂ ਹੀ ਪਾਸੇ ਕੀਤਾ ਪੰਜਾਬ ਦੀ ਵਿਧਾਨ ਸਭਾ ਨੇ। ਅਜੇ ਉਹਨਾਂ ਨੇ ਨੱਪਿਆ ਹੋਇਆ, ਗੋਡੇ ਥੱਲੇ ਲਈ ਹੋਈ ਉਹ ਫਾਈਲ ਹੈ, ਤੇ ਉਹਦੇ ਵਿੱਚ ਤਾਂ ਮੇਰਾ ਖਿਆਲ ਗਵਰਨਰ ਸਾਹਿਬ ਨੂੰ ਚਾਂਸਲਰ ਰਹਿਣ ਦਾ ਹੀ ਰਾਈਟ ਚਲੇ ਗਿਆ। ਖੈਰ, ਮਾਮਲੇ ਇਦਾਂ ਦੇ ਕਿੰਨੇ ਸਾਰੇ ਨੇ, ਅੱਗੇ ਜਾ ਕੇ ਚੱਲਦੇ ਰਹਿਣਗੇ। ਪਰ ਜਦੋਂ ਗੱਲ ਬੈਂਕਾਂ ਨੂੰ ਲਿਖੇ ਜਾਣ ਦੀ ਆ ਰਹੀ ਆ ਇੰਦਰਪ੍ਰੀਤ ਜੀ, ਕਿ ਗਵਰਨਰ ਨੇ ਬੈਂਕ ਨੂੰ ਲਿਖਤਾ ਵੀ ਤੁਸੀਂ ਕਿੱਦਾਂ ਕਰ ਸਕਦੇ ਹੋ ਜੀ, ਜਿਹੜਾ ਇੱਕ ਡਾਟਾ ਬਾਹਰ ਨਿਕਲ ਕੇ ਆ ਰਿਹਾ ਸੀ 2-3 ਦਿਨ ਤੋਂ, ਅਸੀਂ ਤਾਂ ਕਾਫੀ ਦਿਨ ਪਹਿਲਾਂ ਕਰਤਾ ਸੀ ਕਿ ਪੰਜਾਬ ਦੇ ਕਿਸਾਨਾਂ ਸਿਰ ਸਭ ਤੋਂ ਵੱਧ ਦੇਸ਼ ਦੇ ਵਿੱਚ ਕਰਜ਼ਾ ਹੈ, ਮੁਕਾਬਲਤਨ ਦੂਜੇ ਰਾਜਾਂ ਦੇ ਮੁਕਾਬਲੇ ਅਸੀਂ ਜ਼ਿਆਦਾ ਕਰਜ਼ਾਈ ਹੈ, ਔਰ ਇਹ ਅਮਾਉਂਟ ਵੀ ਬਹੁਤ ਵੱਡੀ ਹੈ। ਤੇ ਹੁਣ ਜਿਹੜੇ ਨਵੇਂ ਤੱਥ ਤੁਸੀਂ ਦੱਸ ਰਹੇ ਸੀ ਕਿ ਗੈਰ ਰਸਮੀ ਗੱਲਬਾਤ ਦੇ ਵਿੱਚ, ਕਿ ਇਹਦੇ ਵਿੱਚ ਰੋਲ ਹੀ ਬੜਾ ਵੱਡਾ ਹੈ, ਬੈਂਕਾਂ ਦਾ ਵੀ ਬੜਾ ਵੱਡਾ ਰੋਲ ਹੈ। ਵੀ ਕਿਸਾਨਾਂ ਨੂੰ ਕਰਜ਼ੇ ਨੇ ਦੇ ਕਿਉਂ ਦਿੱਤੇ? ਇੱਕ ਲਿਮਟ ਹੁੰਦੀ ਹੈ ਵੀ ਕਿੰਨਾ ਕਰਜ਼ਾ ਦਿੱਤਾ ਜਾ ਸਕਦਾ, ਜਿਹੜੀ ਲਿਮਟ ਨਿਰਧਾਰਿਤ ਕੀਤੀ ਜਾਂਦੀ ਹੈ ਕਿ ਕਿਸ ਖਿੱਤੇ ਦੇ ਵਿੱਚ ਕਿੰਨਾ ਕੁ ਏਕੜ ਮਗਰ ਜਾਂ ਕੁਝ ਵੀ ਹੈ। ਤੇ ਮੈਨੂੰ ਜ਼ਰੂਰ ਇਹ ਜਰਾ ਦੱਸਿਓ ਕਿ ਬੈਂਕਾਂ ਨੇ ਅੰਧਾ ਧੁੰਦ ਪੈਸੇ ਦੇ ਦਿੱਤੇ ਤੇ ਹੁਣ ਰੋਂਦੇ ਆ ਵੀ ਹੁਣ ਸਾਡੇ ਪੈਸੇ ਵਾਪਸ ਨਹੀਂ ਹੋ ਰਹੇ। ਰੰਧਾਵਾ ਸਾਹਿਬ, ਮੈਂ ਗੱਲ ਇੱਥੋਂ ਸ਼ੁਰੂ ਕਰੂੰਗਾ ਕਿ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਰਜ਼ ਮਾਫੀ ਯੋਜਨਾ ਲਾਗੂ ਕਰਨ ਵਾਸਤੇ ਡਾਕਟਰ ਟੀ ਹੱਕ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਸੀ, ਤਾਂ ਉਦੋਂ ਇਹ ਮਾਮਲਾ ਸਾਹਮਣੇ ਆਇਆ ਕਿ ਜਿਹੜਾ ਫਸਲੀ ਕਰਜ਼ਾ ਹੈ ਉਹ 59,000 ਕਰੋੜ ਕਿਸਾਨਾਂ ਦੇ ਉੱਤੇ ਕਿਵੇਂ ਚੜ ਗਿਆ ਪੰਜਾਬ ਦੇ ਉੱਤੇ। ਇਹ ਬਹੁਤ ਜਿਹਨੂੰ ਕਹਿੰਦੇ ਵੀ ਵਿਸ਼ਵਾਸ ਨਹੀਂ ਹੁੰਦਾ ਇਸ ਤਰ੍ਹਾਂ ਹੋ ਸਕਦਾ। ਕਿਉਂ ਕਿ ਇਹ ਫਸਲੀ ਕਰਜ਼ਾ ਅਸੀਂ ਜਦੋਂ 6 ਮਹੀਨੇ ਲਈ ਲੈਂਦੇ ਹਾਂ ਤਾਂ ਜਦੋਂ ਤੱਕ ਇਹ ਵਾਪਸ ਨਹੀਂ ਕਰਦੇ ਨਵਾਂ ਮਿਲਦਾ ਨਹੀਂ ਹੈ, ਯਾਨੀ ਕਿ ਹਰ 6 ਮਹੀਨੇ ਬਾਅਦ ਅਸੀਂ ਇਹ ਵਾਪਸ ਕਰ ਹੀ ਦਿੰਦੇ ਹਾਂ। ਤੇ ਕੋਆਪਰੇਟਿਵ ਮਹਿਕਮਾ ਜਿਹੜਾ ਹੁੰਦਾ ਹੈ ਉਹ PAU ਨੂੰ, ਬੈਂਕਾਂ ਨੂੰ ਔਰ ਐਗਰੀਕਲਚਰ ਡਿਪਾਰਟਮੈਂਟ ਨੂੰ, ਇਹ ਸਾਰਿਆਂ ਨੂੰ ਬਿਠਾ ਕੇ, ਇਹਨਾਂ ਦੀ ਇੱਕ ਕਮੇਟੀ ਬਣਦੀ ਹੈ, ਉਹ ਬਿਠਾ ਕੇ ਇਹ ਤੈਅ ਕਰਦੇ ਆ ਵੀ ਕਿਸ ਫਸਲ ਲਈ ਕਿੰਨਾ ਕਰਜ਼ਾ ਦਿੱਤਾ ਜਾ ਸਕਦਾ ਹੈ। ਉਹਦੀ ਬਹੁਤ ਕੈਲਕੂਲੇਸ਼ਨ ਹੈ ਕਿ ਫਸਲ ਖਾਦਾਂ ਲਈ ਇੰਨਾ, ਬੀਜਾਂ ਲਈ ਇੰਨਾ, ਗੁਹਾਈ ਲਈ ਇੰਨਾ, ਇਸ ਤਰ੍ਹਾਂ ਸਾਰਾ ਦਾ ਇੱਕ ਬਣਾਉਂਦੇ ਆ। ਤਾਂ ਜਿਹੜਾ ਉਸ ਟਾਈਮ ਰੱਖਿਆ ਹੋਇਆ ਸੀ ਉਹ ਸੀਗਾ 20,000 ਰੁਪਏ ਕਣਕ ਵਾਸਤੇ ਤੇ 22,000 ਰੁਪਇਆ ਪੈਡੀ ਵਾਸਤੇ। ਹੁਣ ਤੁਸੀਂ ਦੇਖੋ, ਜੇ ਮੈਂ ਕਣਕ ਦੇ ਲਈ ਲਿੱਤਾ ਹੈ ਤਾਂ ਮੈਂ ਜਦੋਂ ਕਣਕ ਮੇਰੀ ਆ ਜੂਗੀ ਮੈਂ ਵਾਪਸ ਕਰ ਦੂੰਗਾ, ਫਿਰ ਪੈਡੀ ਲਈ 22,000 ਲੈ ਲੂੰਗਾ, ਫਿਰ ਮੈਂ ਵਾਪਸ ਕਰ ਦੂੰਗਾ, ਫਿਰ ਮੈਂ 20,000, ਯਾਨੀ ਕਿ ਐਟ ਏ ਟਾਈਮ ਮੇਰੇ ਉੱਤੇ 20,000 ਤੋਂ ਜ਼ਿਆਦਾ ਕਰਜ਼ਾ ਨਹੀਂ ਹੋ ਸਕਦਾ। ਉਹ ਮੈਨੂੰ ਸਾਰੇ ਦਾ ਸਾਰਾ ਮੋੜਨਾ ਹੀ ਪੈਣਾ ਹੈ ਵਿਆਜ ਸਮੇਤ। ਤਾਂ ਯਾਨੀ ਆਪਣੇ ਕੋਲ 1 ਕਰੋੜ ਏਕੜ ਜ਼ਮੀਨ ਹੈ ਪੂਰੇ ਪੰਜਾਬ 'ਚ, ਤਾਂ 1 ਕਰੋੜ ਚੋਂ 15% ਜੇ ਬਾਗਾਂ ਬੂਗਾਂ ਜਾਂ ਹੋਰ ਨੂੰ ਕੱਢ ਦਈਏ ਤਾਂ 85% ਰਹਿ ਜਾਂਦੀ ਹੈ। ਚਲੋ ਮੈਂ 1 ਕਰੋੜ ਦੇ ਉੱਤੇ ਹੀ ਐਸਟੀਮੇਟ ਕਰਦਾ। ਅਗਰ ਆਪਾਂ 1 ਕਰੋੜ ਦੇ ਉੱਤੇ ਐਸਟੀਮੇਟ ਕਰੀਏ ਤਾਂ ਸਾਡੇ ਕੋਲੇ 22,000 ਕਰੋੜ ਤੋਂ ਉੱਪਰ ਕਰਜ਼ਾ ਨਹੀਂ ਹੋਣਾ ਚਾਹੀਦਾ ਸੀ। 10% ਆਪਾਂ ਡਿਫਾਲਟਰ ਕਿਸਾਨ ਵੀ ਲਗਾ ਲੈਂਦੇ ਆ ਤਾਂ ਵੀ ਉਹ 25,000 ਕਰੋੜ ਤੱਕ ਹੀ ਗੱਡੀ ਖੜਦੀ ਹੈ। ਪਰ ਤੁਹਾਨੂੰ ਹੈਰਾਨੀ ਹੋਊਗੀ ਕਿ ਇਹ 59,000 ਕਰੋੜ ਸੀਗਾ ਉਸ ਟਾਈਮ। ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਚਿੱਠੀ ਅਰੁਣ ਜੇਟਲੀ ਨੂੰ ਲਿਖੀ ਸੀ ਉਦੋਂ, ਕਿਉਂਕਿ ਉਹ ਫਾਈਨਾਂਸ ਮਿਨਿਸਟਰ ਸੀਗਾ, ਵੀ ਅਸੀਂ ਜੋ ਕਰਜ਼ਾ ਮਾਫੀ ਦੀ ਇਹ ਬਣਾਈ ਹੈ ਤਾਂ ਤੁਹਾਡੇ ਬੈਂਕ ਹੀ ਸਭ ਤੋਂ ਜ਼ਿਆਦਾ ਇਹਦੇ ਵਿੱਚ ਮੇਨ ਰੋਲ ਅਦਾ ਕਰ ਰਹੇ ਨੇ। ਉਹ ਇਸ ਕਰਕੇ ਕਰਦੇ ਨੇ ਕਿ ਜਿੰਨਾ ਵੀ ਅਸੀਂ ਪੈਸਾ ਬੈਂਕਾਂ 'ਚ ਜਮ੍ਹਾਂ ਕਰਾਉਂਦੇ ਆ ਉਹਦੇ 'ਚੋਂ 18% ਪੈਸਾ ਜਿਹੜਾ ਹੁੰਦਾ ਉਹ ਐਗਰੀਕਲਚਰ ਤੇ ਲਗਾਉਣਾ ਲਾਜ਼ਮੀ ਹੁੰਦਾ। ਤਾਂ ਉਸ ਟਾਰਗੇਟ ਨੂੰ ਪੂਰਾ ਕਰਨ ਵਾਸਤੇ ਅਸੀਂ ਇਸ ਗੱਲ ਦੀ ਧਿਆਨ ਹੀ ਨਹੀਂ ਰੱਖਦੇ
ਵੀ ਕਿਸਾਨ ਨੂੰ ਤਾਂ 1 ਏਕੜ ਤੇ 22,000 ਰੁਪਏ ਹੀ ਮਿਲ ਸਕਦਾ ਹੈ, ਤਾਂ ਅਸੀਂ ਉਹ 1 ਲੱਖ ਜਾਂ 3 ਲੱਖ ਰੁਪਏ ਕਿਵੇਂ ਦਿੱਤਾ ਹੋਇਆ। ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਕਿਸਾਨ ਕ੍ਰੈਡਿਟ ਕਾਰਡ ਬਣਾਏ ਤਾਂ ਸਾਰੇ ਕਿਸਾਨਾਂ ਨੇ ਲਿਮਟਾਂ ਚੁੱਕ ਕੇ ਉਹ ਪੂਰੇ ਕਰਤੇ। ਸੋ ਉਹੀ ਕਰਜ਼ਾ ਅੱਜ ਜਿਹੜਾ ਹੈਗਾ ਫਸਲੀ ਕਰਜ਼ਾ, ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜਾ ਮੈਂ ਕਹਿ ਰਿਹਾ ਸੀ ਕਿ 25,000 ਕਰੋੜ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਉਹ ਅੱਜ 80,000 ਕਰੋੜ ਰੁਪਇਆ ਹੈ, ਯਾਨੀ ਕਿ 21,000 ਕਰੋੜ ਰੁਪਇਆ ਹੋਰ ਵੱਧ ਗਿਆ। ਜਦਕਿ 2019 ਚ ਹੀ ਅਰੁਣ ਜੇਟਲੀ ਨੇ 18 ਚ ਅਰੁਣ ਜੇਟਲੀ ਨੇ ਆਰਬੀਆਈ ਨੂੰ ਲਿਖਿਆ ਕਿ ਇਹਨੂੰ ਸਟ੍ਰੀਮਲਾਈਨ ਕਰੋ, ਇਹ ਕਿਉਂ ਇਦਾਂ ਦਾ ਹੋ ਰਿਹਾ। 2000 ਤੁਸੀਂ ਦੇਖੋ, ਤਰਾਸਦੀ ਦੇਖੋ ਇਸ ਚੀਜ਼ ਦੀ। 2019 ਤੋਂ ਅਸੀਂ ਲਗਾਤਾਰ ਹਰ 3 ਮਹੀਨੇ ਬਾਅਦ ਸਟੇਟ ਲੈਵਲ ਬੈਂਕਰਸ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਹੈ, ਔਰ ਹਰ ਮੀਟਿੰਗ 'ਚ ਇਹ ਪੁਆਇੰਟ ਆਉਂਦਾ ਹੈ। ਹਰ ਮੀਟਿੰਗ 'ਚ ਕਦੀ ਸਰਵੇ ਦੀ ਗੱਲ ਹੋ ਜਾਂਦੀ ਹੈ ਕਿ ਸਰਵੇ ਕਰਾ ਲਓ ਜੀ, ਕਦੀ ਕਹਿ ਦਿੰਦੇ ਵੀ ਕਮੇਟੀ ਬਣਾ ਲਓ ਜੀ। ਮਤਲਬ ਚੱਲੀ ਜਾ ਰਿਹਾ। ਅੱਜ 4 ਸਾਲ ਹੋ ਗਏ, 5 ਸਾਲ ਅਸੀਂ ਇਸ ਚੀਜ਼ ਤੇ ਡਿਸਾਈਡ ਨਹੀਂ ਕਰ ਸਕੇ ਵੀ ਪ੍ਰਤੀ ਏਕੜ ਕਿਸਾਨਾਂ ਨੂੰ ਫਸਲੀ ਕਰਜ਼ਾ ਕਿੰਨਾ ਦੇਣਾ ਹੈ। ਸੋ ਜਿਹੜੇ ਆਪਣੇ ਟਾਰਗੇਟ ਪੂਰੇ ਕਰਨ ਵਾਸਤੇ ਕਿਸਾਨਾਂ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ ਨਾ, ਉਹਦੇ ਕਰਕੇ ਉਹਨਾਂ ਨੂੰ ਮਤਲਬ ਕਰਜ਼ਾ ਕਰਤਾ। ਬਹੁਤ ਹੈਰਾਨੀ ਵਾਲੀ ਗੱਲ ਇਹ ਹੈਗੀ ਹੈ ਕਿ ਅਸੀਂ ਜੇ ਦੋਨੋਂ ਆਪਣੀਆਂ ਫਸਲਾਂ ਲਗਾਈਏ, ਕਿ ਪੰਜਾਬ ਦੇ ਵਿੱਚ ਜੋ ਮੇਜਰ ਕ੍ਰੌਪਸ ਨੇ ਉਹ ਵੀਟ ਔਰ ਪੈਡੀ ਹੀ ਨੇ। ਜੇ ਦੋਨੋਂ ਕ੍ਰੌਪਸ ਸਾਡੇ ਕੋਲੇ 60,000 ਕਰੋੜ ਦੀਆਂ ਬਣਦੀਆਂ ਨੇ, ਇਹ ਫਸਲੀ ਕਰਜ਼ਾ ਸਾਡੇ ਕੋਲ 80,000 ਕਰੋੜ ਰੁਪਏ। ਤੁਸੀਂ ਦੇਖੋ ਵੀ ਅਸੀਂ ਖੜੇ ਕਿੱਥੇ ਆ, ਵੀ ਉਸ ਤੋਂ ਜ਼ਿਆਦਾ ਤਾਂ ਅਸੀਂ ਫਸਲੀ ਕਰਜ਼ਾ ਹੀ ਮਤਲਬ ਲੈ ਰੱਖਿਆ, ਜਿੰਨੇ ਦੀ ਟੋਟਲ ਕ੍ਰੌਪ ਨਹੀਂ ਹੈਗੀ। ਸੋ ਇਹਦੇ ਤੇ ਡਿਫਰੈਂਟ ਵਿਊਜ਼ ਹੋ ਸਕਦੇ ਨੇ। ਕੋਈ ਬਹੁਤ ਸਾਰੇ ਐਕਸਪਰਟ, ਦਵਿੰਦਰ ਸ਼ਰਮਾ ਜੀ ਵਰਗੇ ਜਿਹੜੇ ਐਕਸਪਰਟ ਨੇ, ਉਹ ਇਹ ਕਹਿੰਦੇ ਆ ਕਿ ਕਿਉਂਕਿ ਤੁਸੀਂ MSP ਕਿਸਾਨਾਂ ਨੂੰ ਪ੍ਰੋਪਰ ਨਹੀਂ ਦਿੰਦੇ, ਇਸ ਕਰਕੇ ਉਹਨਾਂ ਨੂੰ ਕੋਲੇ ਕੋਈ ਅਲਟਰਨੇਟਿਵ ਨਹੀਂ ਹੁੰਦਾ ਦਾएं ਬਾएं ਤੋਂ ਕਰਜ਼ਾ ਹੋਰ ਲੈਣ ਲਈ, ਤਾਂ ਉਹ ਇਸ ਤਰ੍ਹਾਂ ਦਾ ਲੈਂਦੇ ਨੇ। ਜੇ ਉਹ ਲੈ ਲੈਂਦੇ ਨੇ, ਉਹਨਾਂ ਦੇ ਤਾਂ ਕਰਜ਼ੇ ਤੁਹਾਨੂੰ ਨਜ਼ਰ ਆਉਂਦੇ ਨੇ, ਪਰ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਤੁਹਾਨੂੰ ਨਜ਼ਰ ਨਹੀਂ ਆਉਂਦੇ। ਸੋ ਇਹ ਬਹੁਤ ਡਿਬੇਟੇਬਲ ਇਸ਼ੂ ਹੈ। ਹਜੇ ਤੱਕ ਦਿੱਕਤ ਸਿਰਫ ਇੰਨੀ ਹੈ ਕਿ ਜਦੋਂ ਕਾਰਪੋਰੇਟ ਘਰਾਣਿਆਂ ਦੇ ਉੱਤੇ ਕਰਜ਼ੇ ਚੜ੍ਹਦੇ ਤੇ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਤੰਗ ਨਹੀਂ ਕਰਦੇ ਜਿਸ ਤਰ੍ਹਾਂ ਅਸੀਂ ਕਿਸਾਨਾਂ ਨੂੰ ਤੰਗ ਕਰਦੇ ਹਾਂ। ਅਸੀਂ ਉਹਨਾਂ ਨੂੰ ਤਾਂ ਬਹੁਤ ਹੀ ਤੰਗ ਕਰਦੇ ਹਾਂ, ਬੇਇੱਜ਼ਤੀਆਂ ਵੀ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਜਿਹਦੇ ਕਰਕੇ ਉਹ ਸੁਸਾਈਡ ਵਰਗੇ ਕਦਮ ਉਠਾਉਂਦੇ ਆ। ਕਾਰਪੋਰੇਟ ਘਰਾਣੇ ਨੇ ਹਜੇ ਤੱਕ ਕਿਸੇ ਨੇ ਸੁਸਾਈਡ ਨਹੀਂ ਕੀਤਾ ਹੈਗਾ। ਸੋ ਇਹ ਗੱਲਾਂ ਅਸੀਂ ਜਦੋਂ ਕਰਦੇ ਹਾਂ, ਤਾਂ ਜਦੋਂ ਕਰਜ਼ਾ ਵੀ ਦਿੰਦੇ ਹਾਂ ਜਾਂ ਸਬਸਿਡੀਆਂ ਦਿੰਦੇ ਹਾਂ, ਉਸ 'ਚ ਵੀ ਅਸੀਂ ਬਹੁਤ ਨਵੇਂ ਸ਼ਬਦ ਲੱਭਦੇ ਹਾਂ। ਜਦੋਂ ਤਾਂ ਅਸੀਂ ਕਿਸਾਨਾਂ ਨੂੰ ਕੋਈ ਚੀਜ਼ ਇਮਦਾਦ ਦੇ ਤੌਰ ਤੇ ਦਿੰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਇਹ ਸਬਸਿਡੀ ਹੈ, ਮਤਲਬ ਬਿਜਲੀ ਸਬਸਿਡੀ, ਖਾਦਾਂ ਦੀ ਸਬਸਿਡੀ ਕਹਿੰਦੇ ਹਾਂ। ਪਰ ਜਦੋਂ ਇੰਡਸਟਰੀ ਨੂੰ ਦਿੰਦੇ ਹਾਂ ਫਿਰ ਅਸੀਂ ਇਨਸੈਂਟਿਵ ਕਹਿੰਦੇ ਹਾਂ ਕਿ ਇਹ ਇਨਸੈਂਟਿਵ ਹੈ। ਸੋ ਤੁਸੀਂ ਦੇਖੋ, ਸ਼ਬਦ ਅਲੱਗ-ਅਲੱਗ ਨੇ, ਕੰਮ ਸੇਮ ਹੀ ਆ ਉਹਨਾਂ ਦਾ, ਮਦਦ ਕਰਨਾ, ਪਰ ਮਦਦ ਦੇ ਵਿੱਚ ਵੀ ਬਹੁਤ ਕੁਝ ਲੁਕਿਆ ਹੋਇਆ। ਲੱਖਾਂ ਕਰੋੜ ਮਾਫ ਕਰ ਦੋ, ਔਰ ਕਾਰਪੋਰੇਟ ਕਿਉਂਕਿ ਇਨ ਰਿਟਰਨ ਇਲੈਕਸ਼ਨਸ ਦੇ ਵਿੱਚ ਮਦਦ ਕਰਦਾ ਹੈ। ਸੋ ਇਹ ਬੜਾ ਸਿੱਧਾ ਜਿਹਾ ਫੰਡਾ ਹੈ ਕਿ ਤੂੰ ਮੇਰੀ ਪਿੱਠ ਖੁਰਕ ਮੈਂ ਤੇਰੀ ਖੁਰਕਦਾ, ਇਹੀ ਆ। ਔਰ ਇਹ ਕਿਸਾਨ ਤੋਂ ਤਾਂ ਨਹੀਂ ਮਿਲਦਾ ਨਾ ਜੀ, ਕਿਸਾਨ ਕੋਲ ਤਾਂ ਵੋਟ ਮਿਲਣੀ ਹੈ, ਤੇ ਉਹ ਵੀ ਆਮ ਤੌਰ ਤੇ ਧਰੁਵੀਕਰਨ ਚ ਮਿਲ ਜਾਂਦੀ ਹੈ ਕਈ ਵਾਰੀ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਸਾਡੇ ਸਾਰੇ ਤਾਮਝਾਮ, ਸਾਰੇ ਪ੍ਰਬੰਧ ਇੰਡਸਟਰੀ ਤੋਂ ਆਉਂਦੇ ਆ। ਸਾਡੇ ਕੋਲ ਤਾਂ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਰਹੀਆਂ, ਪਿੱਛੇ ਤੁਹਾਡੇ ਸਾਰਿਆਂ ਕੋਲ ਹੀ ਖਬਰਾਂ ਆਉਂਦੀਆਂ ਰਹੀਆਂ ਕਿ ਕਿਸੇ ਮੈਂਬਰ ਪਾਰਲੀਮੈਂਟ ਨੂੰ ਕਿਸੇ ਕਾਰਪੋਰੇਟ ਘਰਾਣੇ ਨੇ ਪੈਸੇ ਦੇ ਦਿੱਤੇ ਜਾ ਕੇ ਸਵਾਲ ਉਠਾਉਣ ਲਈ ਆਪਣੇ ਹੱਕ 'ਚ। ਪਾਰਲੀਮੈਂਟ 'ਚ ਗੱਲ ਕਰੋ ਜੀ, ਬਿੱਲ ਲਿਆਉਣ ਲਈ, ਕੋਈ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਲਈ, ਬੜੀਆਂ ਚੀਜ਼ਾਂ ਚੱਲਦੀਆਂ ਰਹੀਆਂ। ਤੇ ਇਹ ਚੱਲਦਾ ਰਹੂਗਾ ਜੀ, ਪੈਸੇ ਦੀ ਗੇਮ ਆ, ਦੁਨੀਆ ਪੈਸੇ ਦੁਆਲੇ ਘੁੰਮੀ ਜਾਂਦੀ ਆ, ਇਹ ਪੀਰ ਆ ਨਚਾਉਂਦਾ ਹੈ ਪੂਰਾ। ਸੋ ਭਾਸਕਰ ਸਾਹਿਬ, ਆਖਰੀ ਲਫ਼ਜ਼ ਬਹੁਤ ਕਾਹਲੀ ਦੇ ਵਿੱਚ ਸੰਖੇਪ ਹੀ ਰੱਖਿਓ ਜ਼ਰਾ, ਕਿਉਂਕਿ ਮੁੱਦਾ ਭਾਰਾ ਹੈ। ਘੱਟ ਗਿਣਤੀਆਂ ਦੇ ਨਾਂ ਤੇ ਮਿਲਦੇ ਵਜ਼ੀਫਿਆਂ ਦੇ ਵਿੱਚ ਘਪਲਾ, ਇਹ ਕਾਫੀ ਤਰਾਸਦੀ ਆ ਸਾਡੇ ਸਿਸਟਮ ਦੀ ਕਿ ਲੋੜਵੰਦਾਂ ਨੂੰ ਥੋੜੇ ਪੈਸੇ ਆਉਣੇ ਹੁੰਦੇ ਆ ਤੇ ਉਹਦੇ ਵਿੱਚ ਵੀ ਜੇ ਘਪਲੇ ਆ ਜਾਣ। ਅਜੇ ਤੱਕ ਵੀ ਪੰਜਾਬ ਦਾ ਉਹ SC ਵਿਦਿਆਰਥੀਆਂ ਦਾ ਵਜ਼ੀਫਾ ਢੰਗ ਨਾਲ ਸਟ੍ਰੀਮਲਾਈਨ ਨਹੀਂ ਹੋ ਸਕਿਆ, ਕਿਉਂਕਿ ਉਹਦੇ ਵਿੱਚ ਬੇਨਿਯਮੀਆਂ ਅਜੇ ਵੀ ਹਰੇਕ ਆਡਿਟ ਦਾ ਹਿੱਸਾ ਹੁੰਦੀਆਂ ਨੇ। ਮੈਂ ਭਾਸਕਰ ਸਾਹਿਬ ਸਮਝਣਾ ਚਾਹੁੰਦਾ ਤੁਹਾਡੇ ਕੋਲ ਕਿ ਦੇਸ਼ ਵਿਆਪੀ ਇਸ ਘਪਲੇ ਦੇ ਵਿੱਚ ਕਾਫੀ ਝੋਲ ਨੇ, ਸਾਂਝ ਪਵਾ ਦਿਓ। ਪੰਜਾਬ ਕਿਉਂਕਿ ਘੱਟ ਗਿਣਤੀ ਨਾਲ ਵੀ ਜੁੜਿਆ ਹੋਇਆ, ਕਾਫੀ ਲੋਕਾਂ ਨੂੰ ਇੱਥੇ ਵੀ ਉਹਦੀ ਸਹੂਲਤ ਸੀਗੀ, ਤੇ ਜਦੋਂ ਇਸ ਤਰ੍ਹਾਂ ਦੇ ਘਪਲੇ ਹੁੰਦੇ ਆ ਫਿਰ ਉਹ ਸਕੀਮ ਹੀ ਉਹ ਜਿਹੜੀ ਲੋਕਾਂ ਨੂੰ ਫਾਇਦਾ ਦੇ ਰਹੀ ਹੁੰਦੀ ਆ ਉਹੀ ਫਸ ਜਾਂਦੀ ਹੈ, ਤੇ ਬੜੀ ਵਾਰੀ ਉਹ ਰੁਕਿਆ ਰਹਿੰਦਾ ਮਾਮਲਾ ਜੀ।
ਰੰਧਾਵਾ ਜੀ, ਪੰਜਾਬ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਯਾਨੀ ਸ਼ਡਿਊਲ ਕਾਸਟ ਸਕਾਲਰਸ਼ਿਪ ਦੇ ਉੱਤੇ ਕਈ ਵਾਰ ਧਰਮਸੋਤ ਤੋਂ ਨਾ ਜਦ ਮੰਤਰੀ ਹੁੰਦੇ ਸੀ, ਉਹਦੇ ਵਿੱਚੋਂ 60-70 ਕਰੋੜ ਰੁਪਏ ਦਾ ਘਪਲਾ ਹੋਇਆ। ਭੂਤੀਆ ਕਾਲਜ ਯਾਨੀ ਫੇਕ ਇੰਸਟੀਟਿਊਸ਼ਨਸ ਦੇ ਨਾਂ ਦੇ ਉੱਤੇ ਉਹ ਪੈਸੇ ਚਲੇ ਗਏ। ਉਹਦੀ ਇਨਵੈਸਟੀਗੇਸ਼ਨ ਵੀ ਸੀਬੀਆਈ ਫਿਲਹਾਲ ਕਰ ਰਹੀ ਹੈ, ਕਿਉਂਕਿ ਉਸ ਇਨਵੈਸਟੀਗੇਸ਼ਨ ਦਾ ਹਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਲੇਕਿਨ ਹੁਣ ਇੱਕ ਨਵਾਂ ਜਿਹੜਾ ਘਪਲਾ ਨਿਕਲ ਕੇ ਆਇਆ, ਮੇਰੇ ਖਿਆਲ ਨਾਲ ਬਿਗੇਸਟ ਸਕੈਮ ਹੈ। ਤੁਸੀਂ ਮੈਨੂੰ ਗੱਲ ਸੰਖੇਪ ਵਿੱਚ ਕਹਿਣ ਦੀ ਗੱਲ ਕੀਤੀ ਹੈ, ਪਰ ਇਹਦੇ ਵਿੱਚ ਫੈਕਟਸ ਹੀ ਇੰਨੇ ਇੰਟਰਸਟਿੰਗ ਹੈਗੇ ਆ ਕਿ ਇਹਨੂੰ ਥੋੜਾ ਜਿਹਾ ਡਿਟੇਲ ਵਿੱਚ ਕਰਨਾ ਹੀ ਪਊਗਾ। ਨਹੀਂ ਖੁੱਲ ਕੇ ਕਰੋ, ਮੈਂ ਸਾਰੇ ਸ਼ਬਦ ਵਾਪਸ ਲੈਣਾ। ਹਾਂਜੀ, ਜਿਹੜਾ ਖੁੱਲ ਕੇ ਕਰਨ ਵਾਲੀ ਗੱਲ ਹੈਗੀ ਹੈ, ਇਹ ਸਕੈਮ ਹੈਗਾ ਟੋਟਲ ਹਜੇ ਤੱਕ ਜਿਹੜਾ ਸਾਹਮਣੇ ਆਇਆ 144.83 ਕਰੋੜ ਯਾਨੀ 145 ਕਰੋੜ ਦੇ ਕਰੀਬ ਦਾ ਸਕੈਮ ਹੈਗਾ। ਔਰ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ਦੇ ਵਿੱਚ 53% ਫੇਕ ਇੰਸਟੀਟਿਊਟਸ ਖੁੱਲੇ ਹੋਏ ਨੇ, ਜਿਨ੍ਹਾਂ ਨੇ ਇਹ ਜਿਹੜੀ ਮਾਈਨੋਰਿਟੀ ਸਕਾਲਰਸ਼ਿਪ ਦਾ ਬੈਨੀਫਿਟ ਲਿੱਤਾ ਹੈ। ਔਰ 830 ਐਦਾਂ ਦੇ ਇੰਸਟੀਟਿਊਸ਼ਨਸ ਜਿਹੜੇ ਫੇਕ ਇੰਸਟੀਟਿਊਸ਼ਨ ਜਿਹਨੂੰ ਆਪਾਂ ਕਹਿੰਦੇ ਆ, ਉਦਾਂ ਦੇ ਹਜੇ ਤੱਕ ਸਾਹਮਣੇ ਆਏ ਨੇ। ਔਰ ਇਹ ਇਨਵੈਸਟੀਗੇਸ਼ਨ ਵੀ ਕਿੰਨੇ ਆਰਡਰ ਕੀਤੀ, ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਦੇ ਉੱਤੇ ਇੱਕ ਫਲਾਈਂਗ ਕਿਸ ਦੇਣ ਦਾ ਆਰੋਪ ਲੱਗਿਆ ਸੀਗਾ। ਯਾਨੀ ਮਿਨਿਸਟਰ ਹੈਗੀ ਹੈ ਇਸ ਮਹਿਕਮੇ ਦੀ ਸਮ੍ਰਿਤੀ ਇਰਾਨੀ, ਉਹਨਾਂ ਨੇ ਸੀਬੀਆਈ ਨੂੰ ਸਾਰੀ ਇਨਵੈਸਟੀਗੇਸ਼ਨ ਸੌਂਪਤੀ ਹੈ। ਔਰ ਇਹ ਕੰਪਲੇਂਟ ਵੀ ਆਫੀਸ਼ੀਅਲੀ ਦਰਜ ਹੋ ਗਈ ਸੀ ਜੁਲਾਈ 10 ਨੂੰ। 100 ਡਿਸਟ੍ਰਿਕਟ ਦੇ ਵਿੱਚ 34 ਯਾਨੀ 100 ਡਿਸਟ੍ਰਿਕਟਸ ਇਦਾਂ ਦੇ ਹੈਗੇ ਦੇਸ਼ ਵਿੱਚ, 34 ਸੂਬਿਆਂ ਦੇ ਵਿੱਚ ਜਿੱਥੇ ਇਨਕੁਆਇਰੀ ਲਾਂਚ ਕੀਤੀ ਗਈ ਹੈ। ਔਰ ਟੋਟਲ 1534 ਇੰਸਟੀਟਿਊਸ਼ਨਸ ਦੇ ਵਿੱਚੋਂ 830 ਜਿਹਦਾ ਅਸੀਂ ਪਹਿਲੇ ਜ਼ਿਕਰ ਕਰ ਚੁੱਕੇ ਹਾਂ, ਉਹ ਫੇਕ ਇੰਸਟੀਟਿਊਸ਼ਨਸ ਹੈਗੇ ਨੇ। ਔਰ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਇੰਸਟੀਟਿਊਸ਼ਨਸ ਦੇ ਬੈਂਕ ਫਰੀਜ਼ ਕਰ ਦਿੱਤੇ ਗਏ ਨੇ, ਔਰ ਜਿਹਦੇ ਵਿੱਚੋਂ 830 ਤੇ ਹੈਗੇ ਹੀ ਨੇ। ਔਰ ਜਿੱਥੇ ਤੱਕ ਗੱਲ ਹੈਗੀ ਹੈ, ਇਹ ਸਾਰੀ ਗੱਲਾਂ ਦੇ ਵਿੱਚ ਇਹ ਗੱਲ ਤੇ ਸਾਹਮਣੇ ਆਈ ਹੈ ਕਿ ਫੇਕ ਰਜਿਸਟ੍ਰੇਸ਼ਨ ਕਰਕੇ ਈਵਨ ਫੇਕ ਬੈਨੀਫੀਸ਼ੀਅਰੀਜ਼ ਦਾ ਨਾਂ ਬੈਂਕਾਂ ਦੇ ਵਿੱਚ ਅਕਾਊਂਟ ਖੋਲ ਕੇ ਉਹ ਆਪਣੇ ਆਪ ਹੀ ਜਿਹੜਾ ਬੈਂਕਾਂ ਦੇ ਵਿੱਚ ਇਸ ਸਕਾਲਰਸ਼ਿਪ ਦੇ ਅਮਾਉਂਟ ਨੂੰ ਟ੍ਰਾਂਸਫਰ ਕੀਤਾ ਗਿਆ। ਸਵਾਲ ਤੇ ਇਹ ਵੀ ਪੈਦਾ ਹੁੰਦਾ ਹੈ, ਕਿਉਂਕਿ ਪਿਛਲੇ ਖਬਰ ਦੇ ਵਿੱਚ ਜਦ ਇੰਦਰਪ੍ਰੀਤ ਉਹਨਾਂ ਕਹਿ ਰਹੇ ਸੀ ਕਿ ਬੈਂਕਾਂ ਨੇ ਜਦ ਇਹ ਕਰਜ਼ਾ ਨਹੀਂ ਦੇ ਸਕਦੇ ਤੇ ਉਸ ਤੋਂ ਉੱਤੇ ਦਿੱਤਾ ਕਿਉਂ। ਇੱਥੇ ਵੀ ਇਹੀ ਗੱਲ ਨਿਕਲ ਕੇ ਆਈ ਹੈ ਕਿ ਬੈਂਕਾਂ ਨੇ ਏਦਾਂ ਦੇ ਫੇਕ ਅਕਾਊਂਟ ਖੋਲ ਕਿੱਦਾਂ ਦਿੱਤੇ, ਕਿਉਂਕਿ ਅੱਜ ਕੱਲ ਜਦ ਵੀ ਕੋਈ ਬੈਂਕ ਦੇ ਵਿੱਚ ਅਕਾਊਂਟ ਖੁੱਲਦਾ ਹੈ ਤੇ ਉਹਦੇ ਵਿੱਚ KYC ਹੁੰਦੀ ਹੈ। ਉਹ ਸਟੂਡੈਂਟ ਕਹਿ ਲਓ ਜਾਂ ਉਹ ਵਿਅਕਤੀ ਜੈਨੂਇਨ ਹੈ, ਇਹਦੀ ਪੂਰੀ ਪੁਰਜੋਰ ਪੜਤਾਲ ਤੋਂ ਬਾਅਦ ਉਹ ਅਕਾਊਂਟ ਖੁੱਲਦੇ ਨੇ। ਔਰ ਇਹਦੇ ਵਿੱਚ ਜਿਹੜੇ ਫੈਕਟਸ ਦੀ ਗੱਲ ਮੈਂ ਕਰ ਰਿਹਾ ਸੀਗਾ, ਉਹ ਆਪਣੇ ਆਪ ਵਿੱਚ ਬੜੇ ਇੰਟਰਸਟਿੰਗ ਹੈਗੇ। ਇਹ ਸਿਰਫ ਕੋਈ ਵੀ ਸੂਬਾ ਇਹਦੇ ਵਿੱਚੋਂ ਬਚਿਆ ਹੋਇਆ ਨਹੀਂ ਹੈ, ਭਾਵੇਂ ਭਾਜਪਾ ਰੂਲਡ ਸਟੇਟ ਹੋਣ ਜਾਂ ਆਪੋਜੀਸ਼ਨ ਰੂਲਡ ਸਟੇਟ ਹੋਣ। ਔਰ ਸਭ ਤੋਂ ਵਧੀਆ ਜਿਹੜਾ ਇੱਕ ਤਰੀਕੇ ਨਾਲ ਫੈਕਟ ਨਿਕਲ ਕੇ ਆਇਆ ਹੈ, ਰਾਜਸਥਾਨ ਦੇ ਵਿੱਚ 128 ਇਦਾਂ ਦੇ ਇੰਸਟੀਟਿਊਸ਼ਨਸ ਹੈਗੇ ਨੇ ਜਿਨ੍ਹਾਂ ਨੂੰ ਮਾਈਨੋਰਿਟੀ ਜਿਹੜੀ ਸਕਾਲਰਸ਼ਿਪ ਮਿਲੀ ਸੀ, ਉਹਦੇ ਵਿੱਚੋਂ 99 ਇੰਸਟੀਟਿਊਸ਼ਨਸ ਫੇਕ ਹੀ ਹੈਗੇ ਨੇ। ਔਰ ਛੱਤੀਸਗੜ੍ਹ ਜਿੱਥੇ ਕੱਲ ਕੇਜਰੀਵਾਲ ਸਾਹਿਬ ਗਏ ਸੀ, ਉੱਥੇ ਤੇ 62 ਇੰਸਟੀਟਿਊਸ਼ਨ ਹੈਗੇ ਨੇ, ਉਹ 62 ਤੇ 62 ਹੀ ਫੇਕ ਨੇ। ਯਾਨੀ ਇੱਕ ਵੀ ਜੈਨੂਇਨ ਇੰਸਟੀਟਿਊਸ਼ਨ ਨਹੀਂ ਹੈਗਾ ਉੱਥੇ ਛੱਤੀਸਗੜ੍ਹ ਦੇ ਵਿੱਚ। ਪੰਜਾਬ ਦਾ ਕੀ ਹਾਲ ਹੈ? ਮੈਂ ਪੰਜਾਬ ਦਾ ਹਾਲ ਥੱਲੇ ਆ ਕੇ ਬੜਾ ਦੱਸ ਰਿਹਾ, ਬੜਾ ਜ਼ਬਰਦਸਤ। ਇਹਦੇ ਵਿੱਚ ਹੋਰ ਵੀ ਬੜੇ ਇੰਟਰਸਟਿੰਗ ਹੈ। ਅਸਾਮ ਦੇ ਵਿੱਚ 68% ਫੇਕ ਹੈਗੇ ਨੇ। ਔਰ ਕਰਨਾਟਕਾ ਦੇ ਵਿੱਚ ਜਿੱਥੇ ਕਾਂਗਰਸ ਦੀ ਹੁਣੇ ਸਰਕਾਰ ਬਣੀ ਹੈ, 64% ਇਦਾਂ ਦੇ ਇੰਸਟੀਟਿਊਸ਼ਨਸ ਫੇਕ ਹੈਗੇ ਨੇ। ਯੂਪੀ ਜਿੱਥੇ ਆਦਿੱਤਿਆਨਾਥ ਯੋਗੀ ਉਹਨਾਂ ਦੀ ਸਰਕਾਰ ਹੈਗੀ ਹੈ, ਕਹਿੰਦੇ ਬੜੇ ਵਧੀਆ ਕੰਮ ਕਰ ਰਹੀ ਹੈ, ਉੱਥੇ ਵੀ 44% ਇਦਾਂ ਦੇ ਇੰਸਟੀਟਿਊਸ਼ਨਸ ਫੇਕ ਹੈਗੇ ਨੇ। ਔਰ ਵੈਸਟ ਬੰਗਾਲ ਮਮਤਾ ਬੈਨਰਜੀ ਜਿਹਦੀ ਗੱਲ ਪਿਛਲੇ ਟਾਈਮ ਵਿੱਚ ਹੁਣੇ ਕਰਕੇ ਵੀ ਹਟੇ ਆ, 39% ਇਦਾਂ ਦੇ ਇੰਸਟੀਟਿਊਸ਼ਨਸ ਜੋ ਮਾਈਨੋਰਿਟੀ ਸਕਾਲਰਸ਼ਿਪ ਜਿਹਦੇ ਵਿੱਚ ਬੱਚੇ ਰਹਿੰਦੇ ਨੇ, ਉਹ ਫੇਕ ਨੇ। ਜੰਮੂ ਐਂਡ ਕਸ਼ਮੀਰ ਦੇਖੋ, ਜੰਮੂ ਐਂਡ ਕਸ਼ਮੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਆਰਟੀਕਲ 370 ਨੂੰ ਹਟਾਉਣ ਤੋਂ ਲੈ ਕੇ, ਲੇਕਿਨ ਹੁਣ ਇਸ ਮੁੱਦੇ ਦੇ ਉੱਤੇ ਟੋਟਲ ਉੱਥੇ 5000 ਸਟੂਡੈਂਟਸ ਰਜਿਸਟਰਡ ਨੇ ਔਰ ਕਲੇਮ ਕਿੰਨੇ ਨੇ 7000 ਸਟੂਡੈਂਟਸ ਹੈ, ਯਾਨੀ 2000 ਐਂ ਹੀ ਮਤਲਬ ਬਿਨਾਂ ਰਜਿਸਟ੍ਰੇਸ਼ਨ ਕੇ ਬਿਨਾਂ ਐਨਰੋਲਮੈਂਟ ਕੇ ਇਹ ਕਲੇਮ ਜੇ ਲਈ ਜਾਂਦੇ ਨੇ। ਔਰ ਇਹਦੇ ਵਿੱਚ ਤੇ ਕੁਝ ਇੱਕ ਪੇਰੈਂਟਸ ਦੀਆਂ ਕਈ ਪੇਰੈਂਟਸ ਇਦਾਂ ਦੇ ਨਿਕਲੇ ਨੇ ਜਿਨ੍ਹਾਂ ਦੇ 22 ਬੱਚੇ ਹੈਗੇ ਨੇ, ਯਾਨੀ ਉਹ 22 ਬੱਚਿਆਂ ਦੇ ਵਾਸਤੇ ਆਪਣਾ ਇਹ ਜਿਹੜਾ ਮਾਈਨੋਰਿਟੀ ਜਿਹੜੀ ਸਕਾਲਰਸ਼ਿਪ ਹੈ ਉਹ ਕਲੇਮ ਕਰ ਰਹੇ ਨੇ। ਔਰ ਅਸਾਮ ਦੇ ਵਿੱਚ ਤੇ ਇਦਾਂ ਦਾ ਇਨਸੀਡੈਂਟ ਵੀ ਹੋਇਆ ਕਿ ਇੱਕ ਮਦਰਸੇ ਦੇ ਵਿੱਚ 66,000 ਇਦਾਂ ਦੇ ਮਾਈਨੋਰਿਟੀ ਸਕਾਲਰਸ਼ਿਪ ਦੇ ਕਲੇਮ ਭਰੇ ਗਏ ਤੇ ਉੱਥੇ ਟੀਮ ਚੈੱਕ ਕਰਨ ਗਈ ਤੇ ਮਦਰਸੇ ਵਾਲਿਆਂ ਨੇ ਟੀਮ ਦੇ ਉੱਤੇ ਹਮਲਾ ਕਰਤਾ ਕਿ ਸਾਡੇ ਤੁਸੀਂ ਬੱਚੇ ਗਿਣੇ ਨਾ ਤੇ ਆਪਾਂ ਦੇਖ ਲਾਂਗੇ, ਤੇ ਬਾਅਦ ਚੋਂ ਉਸ ਟੀਮ ਨੂੰ ਹੱਥ ਉੱਤੇ ਕਰਕੇ ਭੱਜ ਕੇ ਵਾਪਸ ਆਣਾ ਪਿਆ। ਔਰ ਉਸ ਮਦਰਸੇ ਦੇ ਵਿੱਚ 66,000 ਇਦਾਂ ਦੇ ਸਟੂਡੈਂਟਸ ਹੈਗੇ ਨੇ ਜਿਹੜੇ ਇਸ ਸਕਾਲਰਸ਼ਿਪ ਦਾ ਬੈਨੀਫਿਟ ਲੈ ਰਹੇ ਨੇ। ਤੁਸੀਂ ਪੰਜਾਬ ਦੀ ਗੱਲ ਮੈਨੂੰ ਪੁੱਛੀ ਸੀਗੀ, ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ ਤੇ ਇਦਾਂ ਦੇ ਬੈਨੀਫੀਸ਼ੀਅਰੀ ਹੈਗੇ ਨੇ ਜਿਨ੍ਹਾਂ ਨੇ ਸਕੂਲ ਦੇ ਵਿੱਚ ਹਜੇ ਦਾਖਲਾ ਹੀ ਨਹੀਂ ਲਿੱਤਾ ਤੇ ਉਹ
ਮਾਈਨੋਰਿਟੀ ਜਿਹੜੀ ਸਕਾਲਰਸ਼ਿਪ ਹੈ ਉਹਦਾ ਬੈਨੀਫਿਟ ਲੈ ਰਹੇ ਨੇ। ਤਕਰੀਬਨ ਸਾਰੇ ਸੂਬੇ ਇਸ ਇਲਜ਼ਾਮ ਤੋਂ ਘਿਰੇ ਹੋਏ ਨੇ, ਬੜਾ ਵੱਡਾ ਸਕੈਮ ਹੈ। ਇਹਦੀ ਹੁਣ ਸੀਬੀਆਈ ਜਾਂਚ ਕਰ ਰਹੀ ਹੈ, ਪਤਾ ਨਹੀਂ ਕਿੱਥੇ ਤੱਕ ਜਾਏਗਾ। ਫਿਲਹਾਲ 145 ਕਰੋੜ ਤੱਕ ਦਾ ਸਕੈਮ ਹਜੇ ਤੱਕ ਆਕਿਆ ਗਿਆ, ਮਾਪਿਆ ਗਿਆ, ਪਰ ਬਾਅਦ ਚੋਂ ਕਿੰਨੇ ਹਜ਼ਾਰ ਕਰੋੜ ਦਾ ਹੁੰਦਾ ਹੈ ਇਹ ਬਾਅਦ ਚੋਂ ਪਤਾ ਲੱਗੇਗਾ। ਸੀਬੀਆਈ ਲੱਗੀ ਪਈ ਹੈ। ਸੀਬੀਆਈ ਪਤਾ ਨਹੀਂ ਸਿਰੇ ਕਦੋਂ ਚਾੜੂ, ਕਿਉਂਕਿ ਜੇ ਵਿਸਥਾਰ ਇਹਦਾ ਇੰਨਾ ਪੂਰੇ ਦੇਸ਼ ਵਿੱਚ ਫੈਲਿਆ ਹੋਇਆ, ਜਾਣਾ ਆਉਣਾ ਹੀ ਬਹੁਤ ਔਖਾ ਹੈ। ਤੇ ਸੀਬੀਆਈ ਵੈਸੇ ਵੀ ਮਨ ਦੀ ਮਰਜ਼ੀ ਨਾਲ ਹੀ ਕੰਮ ਕਰਦੀ ਹੈ ਨਾ, ਮੌਜ ਹੈ ਮਾਲਕ ਦੀ, ਉਹ ਜਿੱਦਾਂ ਮਰਜ਼ੀ ਚਾਹਵੇ ਕਰਦੇ ਆ। ਅੱਜ ਤੱਕ ਪੰਜਾਬ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ 'ਚ ਤੁਹਾਨੂੰ ਪਤਾ ਹੀ ਹੋਣਾ, ਕਲੋਜ਼ਰ ਹੀ ਪੇਸ਼ ਕਰਤੀ ਸੀ। ਸੋ ਇੰਦਰਪ੍ਰੀਤ ਜੀ, ਲਾਸਟ 10 ਸੈਕਿੰਡ ਟਿੱਪਣੀ। ਰੰਧਾਵਾ ਸਾਹਿਬ ਦੇਖੋ, ਜਿਹੜੀ ਸਰ ਨੇ ਗੱਲ ਕੀਤੀ ਹੈ ਭਾਸਕਰ ਸਾਹਿਬ ਨੇ, ਕਿ ਜਿਵੇਂ ਮੰਨ ਲਓ 5000 ਬੱਚਾ ਹੈ ਤੇ 7000 ਉਹਦੀ ਦਾਖਲਾ ਦਿਖਾਇਆ ਹੋਇਆ ਹੈ, ਉਹ 'ਚ ਸਭ ਤੋਂ ਜ਼ਿਆਦਾ ਸੌਖਾ ਕੰਮ ਇਹ ਹੋ ਗਿਆ ਅੱਜ ਕੱਲ੍ਹ ਕਿ ਇੱਕ ਸਟੂਡੈਂਟ ਨੂੰ ਦੋ 'ਚ ਦਿਖਾ ਦਿਓ। ਮਤਲਬ ਕਿ ਮੈਂ ਐਜ਼ ਇੰਦਰਪ੍ਰੀਤ ਇੱਕ ਸਟੂਡੈਂਟ ਕਿਸੇ ਸਕੂਲ 'ਚ ਦਾਖਲਾ ਲੈ ਰਿਹਾ ਤੇ ਦੂਜੇ ਵਾਰ ਮੈਂ ਇੱਕ ਹੋਰ 'ਚ ਵੀ ਦਿਖਾਇਆ ਹੋਇਆ, ਤਾਂ ਦੋਨੋਂ ਹੀ ਮੇਰੇ ਚੱਲੀ ਜਾ ਰਹੇ ਔਰ ਦੋਨਾਂ 'ਚ ਮੈਨੂੰ ਪੈਸੇ ਆਈ ਜਾਂਦੇ ਆ। ਇਸ ਤਰ੍ਹਾਂ ਦਾ ਮਿਲੀ ਭਗਤ ਨਾਲ ਇਹ ਜਿਹੜਾ ਇੱਥੇ ਕੱਢਿਆ ਸੀ ਜਸਟਿਸ ਨਿਰਮਲ ਸਿੰਘ ਨੇ, ਇਹਦਾ ਖੁਲਾਸਾ ਕੱਢਿਆ ਕੀਤਾ ਸੀ। ਇਹਦੇ ਵਿੱਚ ਮਾਂ-ਬਾਪ ਦਾ ਨਾਮ ਸੇਮ ਨਹੀਂ ਹੋ ਸਕਦਾ। ਨਹੀਂ, ਇਹਦੇ 'ਚ ਭਾਸਕਰ ਸਾਹਿਬ ਇਦਾਂ ਹੈਗਾ ਕਿ ਜਦੋਂ ਤੁਸੀਂ ਕਿਸੇ ਹੋਰ ਇੰਸਟੀਚਿਊਟ 'ਚ ਦਾਖਲਾ ਲੈਂਦੇ ਹੋ, ਉਹਨੂੰ ਨਹੀਂ ਪਤਾ ਨਾ ਕਿ ਤੁਸੀਂ ਇਹਦੇ ਵਿੱਚ ਲਿੱਤਾ ਹੋਇਆ, ਕਿਉਂਕਿ ਦਿਖਾਏ ਉਹ ਅਲੱਗ ਕਾਲਜ ਆਪਣੇ ਵੱਲੋਂ ਕਲੇਮ ਕਰ ਰਿਹਾ ਹੈ, ਇੱਕ ਕਾਲਜ ਦੂਸਰੇ ਵੱਲੋਂ ਕਲੇਮ ਕਰ ਰਿਹਾ। ਸੋ ਇਹਦੇ 'ਚ ਇਹ ਹੈ, ਇਹ ਚੀਜ਼ਾਂ ਇਹਦੀਆਂ ਦਿੱਕਤਾਂ ਹੈਗੀਆਂ ਨੇ। ਇਹ ਮੈਂ ਨਹੀਂ ਕਹਿ ਰਿਹਾ ਕਿ ਇਸ ਤਰ੍ਹਾਂ ਦੀਆਂ ਦਿੱਕਤਾਂ ਨਹੀਂ ਹੈ, ਕਿਉਂਕਿ ਜਦੋਂ ਜਸਟਿਸ ਨਿਰਮਲ ਸਿੰਘ ਨੇ, ਮੈਨੂੰ ਯਾਦ ਹੈ ਪੰਜਾਬ ਦੇ ਕਾਲਜਾਂ ਦੇ ਵਿੱਚ ਇਹ ਕੀਤੀ ਸੀਗੀ, ਤਾਂ ਉਹਨਾਂ ਨੇ ਇਹ ਰਿਪੋਰਟ ਜਦੋਂ ਵਿਧਾਨ ਸਭਾ 'ਚ ਪੇਸ਼ ਕੀਤੀ ਸੀ, ਬਹੁਤ ਸੋਹਣੀ ਰਿਪੋਰਟ ਲਿਖੀ ਹੋਈ ਹੈ। ਜੇ ਅੱਜ ਵੀ ਤੁਸੀਂ ਉਸ ਰਿਪੋਰਟ ਨੂੰ ਪੜ੍ਹੋ, ਇੱਕ ਇੱਕ ਚੀਜ਼ ਉਹਦੇ 'ਚ ਲਿਖੀ ਹੋਈ ਹੈ। ਮੈਨੂੰ ਲੱਗਦਾ ਕਿ ਜਾਂਚ ਦੀ ਅੱਗੇ ਲੋੜ ਹੈ ਹੀ ਨਹੀਂ ਸੀ, ਜਿੰਨਾ ਕੁ ਉਹਨਾਂ ਨੇ ਕੱਢ ਲਈ ਸੀ ਉਹ ਆਪਣੇ ਆਪ 'ਚ ਹੀ ਬਹੁਤ ਸੀਗਾ। ਉਹਦੇ 'ਚ ਬਹੁਤ ਕਮਾਲ ਦੀਆਂ ਚੀਜ਼ਾਂ ਸੀਗੀਆਂ। ਇਸੇ ਤਰ੍ਹਾਂ ਦੀਆਂ ਹੀ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਦੇ ਜੱਜਸ ਨੂੰ ਹੀ ਲਗਾ ਦਿੱਤਾ ਜਾਣਾ ਚਾਹੀਦਾ ਹੈ ਇਹ ਚੀਜ਼ਾਂ ਕੱਢਣ ਦੇ ਲਈ, ਕਿਉਂਕਿ ਸਭ ਤੋਂ ਸੌਖਾ ਹੈ ਕੰਮ। ਮੈਨੂੰ ਇੱਥੇ ਸਾਡੇ ਇੱਕ ਡਾਇਰੈਕਟਰ ਹੈਗੇ ਨੇ ਕਾਲਜਸ ਦੇ, ਉਹਨਾਂ ਨੇ ਮੈਨੂੰ ਕਿਹਾ ਕਿ ਸਭ ਤੋਂ ਸੌਖਾ ਕੰਮ ਹੈ ਅੱਜ ਕੱਲ੍ਹ SC ਔਰ ST ਔਰ ਜਿਹੜੇ ਇਹ ਮਾਈਨੋਰਟੀਜ਼, ਇਹਨਾਂ ਦੇ ਬੱਚਿਆਂ ਨੂੰ ਦਾਖਲਾ ਦੇਣਾ ਸਭ ਤੋਂ ਵਧੀਆ ਸਾਡੇ ਲਈ। ਹਾਂ, ਕਿਉਂਕਿ ਸਾਡੇ ਜਿਹੜੇ ਦੂਜੇ ਬੱਚੇ ਨੇ ਉਹ ਤਾਂ ਵਿਦੇਸ਼ਾਂ 'ਚ ਭੱਜ ਗਏ, ਉਹਨਾਂ 'ਚ ਤਾਂ ਉਹ ਤਾਂ ਹੁਣ ਇੱਥੇ ਹੈ ਨਹੀਂ। ਹੁਣ ਰਹਿ ਗਏ ਜਿੰਨੇ ਬੱਚੇ, ਉਹ ਪੜ੍ਹਨਾ ਚਾਹੁੰਦੇ ਨਹੀਂ ਹੈ, ਉਹ ਪੜ੍ਹਨਾ ਨਹੀਂ ਚਾਹੁੰਦੇ ਤੁਸੀਂ, ਕਿਉਂਕਿ ਇਹ ਪੜ੍ਹਾਈ ਵੱਲ ਹੀ ਇੱਥੇ ਆਏ ਹੋਏ ਨੇ। ਪੜ੍ਹਾਈ ਵਾਲਾ ਕੋਈ ਸਿਸਟਮ ਨਹੀਂ ਇੱਥੇ, ਉਹ ਸਿਰਫ ਇੱਕ ਦਾਖਲੇ ਲੈ ਜਾ ਰਹੇ ਨੇ। ਤੁਸੀਂ ਦੇਖੋ 10-10 ਹਜ਼ਾਰ ਸਟੂਡੈਂਟ ਦੀ ਜਿਹੜੀ ਹੈਗੀ ਹੈ ਉਹ ਸੀਟਾਂ ਨੇ, 10,000 ਸਟੂਡੈਂਟ, ਪਰ ਬੱਚੇ ਕਿੰਨੇ ਆ ਉੱਥੇ? 2000, 2500। ਉਹ 2500 ਵੀ ਕਿਹੜੇ ਨੇ? ਉਹਨਾਂ ਚੋਂ ਤੁਹਾਨੂੰ ਪਤਾ ਲੱਗੂਗਾ ਵੀ 75% ਬੱਚੇ ਜਾਂ SC ਨੇ ਜਾਂ ST ਨੇ ਜਾਂ ਫਿਰ ਮਾਈਨੋਰਟੀਜ਼ ਦੇ ਨੇ, ਕਿਉਂਕਿ ਇਹਨਾਂ ਦਾ ਦਾਖਲਾ ਹੁੰਦੇ ਸਾਰ ਸੈਂਟਰ ਗਵਰਨਮੈਂਟ ਤੋਂ ਸਿੱਧੇ ਖਾਤਿਆਂ 'ਚ ਪੈਸੇ ਆਉਂਦੇ ਆ, ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ। ਸੋ ਜਿੰਨੇ ਕਾਲਜਸ ਨੇ, ਇਹ ਵੀ ਇਹਨਾਂ ਦਾ ਵੀ ਇੱਕ ਵੱਡਾ ਨੈਕਸਸ ਹੈ, ਇਹ ਤੋੜਨਾ ਬਣਦਾ ਹੈ। ਤੇ ਇਹ ਤਾਂ ਮਦਰਸਿਆਂ ਦੀ ਗੱਲ ਕੀਤੀ ਹੈ, ਮੈਨੂੰ ਲੱਗ ਹੀ ਰਿਹਾ ਸੀ ਕਿ ਜਦੋਂ ਜਿਹੜੀ ਗੱਲ ਭਾਸਕਰ ਸਾਹਿਬ ਨੇ ਕੀਤੀ ਹੈ ਕਿ ਇਹ ਸਮ੍ਰਿਤੀ ਇਰਾਨੀ ਨੇ CBI ਨੂੰ ਦੇਤਾ, 24 ਨੇੜੇ ਆ ਰਿਹਾ ਹੈ, ਪੋਲਰਾਈਜੇਸ਼ਨ ਤਾਂ ਉਹਨਾਂ ਨੇ ਕਰਨੀ ਹੀ ਕਰਨੀ ਹੈ। ਹਾਂ, ਪੋਲਰਾਈਜੇਸ਼ਨ ਇੱਕ ਪਹਿਲੂ ਆ, ਲੇਕਿਨ ਦੂਜਾ ਪਹਿਲੂ ਇਹ ਹੈ ਕਿ ਇਹ ਘਪਲਾ ਵੀ ਬਹੁਤ ਵੱਡਾ। ਪਿਛਲੀ ਵਾਰੀ ਜਦੋਂ SC ਸਕਾਲਰਸ਼ਿਪ ਦਾ ਮਾਮਲਾ ਆਇਆ ਸੀ, ਉਦੋਂ ਵੀ ਸਭ ਤੋਂ ਵੱਡਾ ਇਹੀ ਰੌਲਾ ਸੀਗਾ ਕਿ ਬੱਚਿਆਂ ਦੀ ਐਨਰੋਲਮੈਂਟ ਕਰਾਓ, ਉਹਨਾਂ ਨੂੰ ਸਿਰਫ ਬੱਚਿਆਂ ਦੀ ਐਨਰੋਲਮੈਂਟ, ਇੱਕ ਐਪਲੀਕੇਸ਼ਨ ਸਿੰਪਲ ਭਰਾਓ। ਪਿੰਡਾਂ 'ਚ ਜਾ ਕੇ ਘਰੋਂ ਘਰੀ ਜਾ ਕੇ ਵੀ ਕਾਲਜ ਦੀਆਂ ਟੀਮਾਂ ਕਰਦੀਆਂ ਰਹੀਆਂ, ਔਰ ਉਹਨਾਂ ਨੂੰ ਸਿਰਫ ਇੰਨਾ ਚਾਹੀਦਾ ਕਿ ਪਹਿਲੇ ਸਾਲ ਦੇ ਪੈਸੇ ਮਿਲ ਜਾਣ, ਪਹਿਲੇ ਦੇ ਮਿਲੇ ਤਾਂ ਗੱਲ ਖਤਮ, ਫਿਰ ਅਗਲੇ ਸਾਲ ਉਹੀ ਪ੍ਰਕਿਰਿਆ। ਇੱਕ ਬੱਚੇ ਦੇ 3-3 4-4 ਜਗ੍ਹਾ ਵੀ ਉਹੀ ਕਾਗਜ਼ ਲਾ ਕੇ ਸਕਾਲਰਸ਼ਿਪ ਕਲੇਮ ਕੀਤੀ ਗਈ। ਤੇ ਮਾਮਲਾ ਇਹ ਹੈ ਕਿ ਅਗਲੇ ਸਾਲ ਬੱਚੇ ਕਿਉਂ ਨਹੀਂ ਅੱਗੇ ਵਧ ਰਹੇ, ਇਹ ਸਵਾਲ ਸੀਗੇ। ਰੰਧਾਵਾ ਸਾਹਿਬ, ਇਹਦੇ 'ਚ ਇੱਕ ਬੜਾ ਮਤਲਬ ਕੀ ਬੋਲਦੇ ਆ, ਇੱਕ ਸੁਝਾਅ ਟਾਈਪ ਦਾ ਵੀ ਹੋ ਸਕਦਾ ਕਿ ਮੈਨੂੰ ਲੱਗਦਾ ਕਿ ਇਹ ਜਿੰਨੇ SC ਸਕਾਲਰਸ਼ਿਪਸ ਹੈਗੀਆਂ ਨੇ ਜਾਂ ਮਾਈਨੋਰਟੀ ਸਕਾਲਰਸ਼ਿਪਸ ਹੈਗੀਆਂ ਨੇ, ਇਹ ਸਾਰੀਆਂ ਬੰਦ ਕਰਤੀਆਂ ਜਾਣੀਆਂ ਚਾਹੀਦੀਆਂ ਨੇ ਐਕਚੁਅਲੀ। ਤੇ ਜਿੰਨਾ ਅਸੀਂ ਮੰਨ ਲਓ ਸਪੋਜ਼ ਕਰੋ ਅਸੀਂ 5 ਤੋਂ 10 ਹਜ਼ਾਰ ਕਰੋੜ ਰੁਪਇਆ ਖਰਚ ਕਰ ਰਹੇ ਹਾਂ ਪੂਰੇ ਕੰਟਰੀ 'ਚ, ਤਾਂ ਹੋ ਸਕਦਾ ਜ਼ਿਆਦਾ ਹੀ ਕਰ ਰਹੇ ਹੋਈਏ। 1000 ਕਰੋੜ ਰੁਪਇਆ ਤਾਂ ਮੈਨੂੰ ਲੱਗਦਾ ਇਕੱਲੇ ਪੰਜਾਬ 'ਚ ਹੀ ਖਰਚ ਹੁੰਦਾ ਹੈ ਇਹਦੇ ਉੱਤੇ। ਇਹ ਸਿੱਧੇ ਜਿਹੜਾ ਹੈਗਾ, ਮੈਨੂੰ ਲੱਗਦਾ ਕਿ ਬੈਂਕਾਂ ਦੇ ਉੱਤੇ ਨੂੰ ਦੇਣਾ ਚਾਹੀਦਾ ਹੈ, ਔਰ ਜਿੰਨੇ ਬੱਚੇ ਹੈਗੇ ਆ ਉਹਨਾਂ ਨੂੰ ਐਜ਼ ਲੋਨ ਦੇ ਰੂਪ 'ਚ ਮਿਲਣਾ ਚਾਹੀਦਾ ਹੈ, ਤਾਂ ਕਿ ਜਦੋਂ ਮੈਂ ਪੜੂੰਗਾ ਤਾਂ ਮੈਨੂੰ ਪਤਾ ਹੈ। ਆਸਟ੍ਰੇਲੀਆ ਦੇ ਵਿੱਚ ਇਹ ਸਿਸਟਮ ਬਹੁਤ ਸੋਹਣਾ ਉਹਨਾਂ ਨੇ ਬਣਾਇਆ ਹੋਇਆ। ਉਹ 'ਚ ਜਦੋਂ ਵੀ ਪ੍ਰਿੰਸੀਪਲ ਲਿਖ ਦਿੰਦਾ ਹੈ ਕਿ ਫਲਾਣਾ ਬੱਚਾ ਮੇਰੇ 'ਚ ਦਾਖਲ ਹੋ ਗਿਆ,
ਸਾਰੀ ਫੀਸ ਜਿਹੜੀ ਹੈਗੀ ਆ ਉਹ ਬੈਂਕ ਅਦਾ ਕਰਦੇ ਆ। ਤੇ ਉਹਦੇ 'ਚ ਗਵਰਨਮੈਂਟ ਦੇ ਸਾਈਡ ਤੋਂ ਇੱਕ ਬੜੀ ਅੱਛੀ ਚੀਜ਼ ਪਾਈ ਹੋਈ ਹੈ ਕਿ ਜਦ ਤੱਕ ਇਹ ਬੱਚਾ $3000 ਕਮਾਉਣ ਦੇ ਯੋਗ ਨਹੀਂ ਹੋ ਜਾਂਦਾ, ਇਸ ਦੀ ਕਿਸ਼ਤ ਨਹੀਂ ਕੱਟੀ ਜਾਏਗੀ। ਸੋ ਜਦੋਂ ਵੀ, ਔਰ ਸਭ ਦੀ ਉੱਥੇ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ $3000 ਤੋਂ ਕ੍ਰਾਸ ਕਰਾਂ, ਕਿਉਂਕਿ ਜੇ $3000 ਤੋਂ ਤੁਹਾਡੀ ਆਮਦਨੀ ਘੱਟ ਹੈ ਤਾਂ ਤੈਨੂੰ ਫਿਰ ਬਾਕੀ ਦੇ ਲੋਨ ਲੈਣ 'ਚ ਬੜੀ ਦਿੱਕਤ ਆਉਂਦੀ ਹੈ। ਸੋ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਜੋੜਿਆ ਹੋਇਆ ਇੱਕ ਦੂਜੇ ਨਾਲ, ਯਾਨੀ ਕਿ ਤੁਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰੋਗੇ ਕਿ ਤੁਸੀਂ $3000 ਤੋਂ ਜ਼ਿਆਦਾ ਕਮਾਓ, ਤੇ ਜਿਉਂ ਹੀ ਤੁਸੀਂ ਜ਼ਿਆਦਾ ਕਮਾਓਗੇ ਤਾਂ 10% ਜਿਹੜੀ ਤੁਹਾਡੀ ਆਮਦਨੀ ਹੈ ਉਹ ਇਸ ਬੈਂਕ ਦੇ ਉੱਤੇ ਵਾਪਸ ਆਣੀ ਸ਼ੁਰੂ ਹੋ ਜਾਏਗੀ, ਜਿਹੜੀ ਤੁਸੀਂ ਫੀਸ ਦੇ ਰੂਪ 'ਚ ਮਤਲਬ ਆਪਣੀ ਪੜ੍ਹਾਈ ਦੇ ਤੌਰ ਤੇ ਲਿੱਤੀ ਹੈ। ਤਾਂ ਅੱਜ ਨਹੀਂ ਤਾਂ 10 ਸਾਲ ਬਾਅਦ ਮੈਨੂੰ ਲੱਗਦਾ ਕਿ ਜਦੋਂ ਵੀ ਗਵਰਨਮੈਂਟਾਂ ਇਹ ਖਰਚੇ ਜਿਹੜੇ ਕਰ ਰਹੀਆਂ ਨੇ ਉਹ ਇਸ ਜੋਗੀਆਂ ਹੋ ਜਾਂਦੀਆਂ ਨੇ, ਜਦੋਂ ਸਰਕਲ ਘੁੰਮ ਜਾਂਦਾ ਹੈ ਕਿ ਜਿੰਨਾ ਪੈਸਾ ਪਹਿਲੇ ਵਾਲਿਆਂ ਨੇ ਦੇ ਉੱਤੇ ਖਰਚ ਕੀਤਾ ਸੀ ਉਹੀ ਹੁਣ 10% ਦੇ ਰੂਪ 'ਚ ਸਾਡੇ ਕੋਲ ਵਾਪਸ ਆ ਰਿਹਾ ਹੈ। ਤੇ ਨਾ ਤਾਂ ਪੇਰੈਂਟਸ ਦੇ ਉੱਤੇ ਕੋਈ ਬੋਝ ਹੁੰਦਾ ਹੈ, ਨਾ ਸਰਕਾਰਾਂ ਦੇ ਉੱਪਰ, ਨਾ ਹੀ ਸਟੂਡੈਂਟ ਦੇ ਉੱਪਰ। ਸੋ ਇੱਕ ਅੱਛਾ ਤਰੀਕਾ ਮੈਨੂੰ ਲੱਗਦਾ ਕਿ ਇੱਥੇ ਵੀ ਕਰ ਲਿਆ ਜਾਣਾ ਚਾਹੀਦਾ ਹੈ, ਖਾਸ ਤੌਰ ਤੇ ਜਿਵੇਂ ਇੰਜੀਨੀਅਰਿੰਗ ਹੈ ਜਾਂ ਮੈਡੀਕਲ ਹੈ, ਜਿੱਥੇ ਬਹੁਤ ਜ਼ਿਆਦਾ ਫੀਸ ਹੈ, ਉਹਨਾਂ ਦੇ ਉੱਤੇ ਤਾਂ ਘੱਟੋ ਘੱਟ ਸਾਨੂੰ ਕਰ ਵੀ ਲੈਣਾ ਚਾਹੀਦਾ, ਕਿਉਂਕਿ ਇਹਨਾਂ ਨੂੰ ਨੌਕਰੀਆਂ ਵੀ ਬਹੁਤ ਜਲਦੀ ਮਿਲ ਜਾਂਦੀਆਂ ਨੇ। ਜਿਵੇਂ ਅੱਜ ਸਾਨੂੰ ਡਾਕਟਰਸ ਦੀ ਬਹੁਤ ਲੋੜ ਹੈ, ਤਾਂ ਵਾਕ ਇਨ ਇੰਟਰਵਿਊ ਸਭ ਨੇ ਕੀਤਾ ਹੋਇਆ ਹੈ, ਸਰਕਾਰਾਂ ਨੇ ਕੋਈ ਕੀਤਾ ਹੀ ਨਹੀਂ ਵੀ ਤੁਸੀਂ MBBS ਕਰੋ ਨਾਲ ਦੀ ਨਾਲ ਨੌਕਰੀ ਲਓ। ਸੋ ਜੇ ਸਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਇੱਥੇ ਹੋਵੇ, ਮੈਂ ਤਾਂ ਪ੍ਰਯੋਗ ਦੇ ਤੌਰ ਤੇ ਕਹਿ ਰਿਹਾ ਵੀ ਜੇ ਪ੍ਰਯੋਗ ਅਸੀਂ ਕਰ ਲਈਏ ਇੱਕ ਵੱਡਾ ਕਿ ਚਲੋ ਅਸੀਂ ਮੈਡੀਕਲ ਐਜੂਕੇਸ਼ਨ ਤੋਂ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਬਾਕੀਆਂ ਤੋਂ ਸ਼ੁਰੂ ਕਰਾਂਗੇ, ਜੇ ਸਾਡੇ ਕੋਲ ਸਫਲ ਹੁੰਦਾ ਹੈ ਤਾਂ ਮੈਨੂੰ ਲੱਗਦਾ ਕਿ ਅਸੀਂ ਕਿਸੇ ਨਾ ਕਿਸੇ ਦਿਸ਼ਾ ਦੇ ਵਿੱਚ ਸਹੀ ਟਿਕਾਣੇ ਤੇ ਪਹੁੰਚ ਵੀ ਜਾ ਸਕਦੇ ਹਾਂ। ਠੀਕ ਹੈ ਗੱਲ ਤੁਹਾਡੀ। ਅਦਰਵਾਈਜ਼ ਆਨਲਾਈਨ ਤਾਂ ਕਰ ਲਓ, ਹੋਰ ਕੁਝ ਨਹੀਂ। ਈ ਪੰਜਾਬ ਦਾ ਡਾਟਾ ਹੈ, ਜੇਕਰ ਤੁਸੀਂ ਇੱਕ ਸਕੂਲ ਆਪਣੇ ਚੋਂ ਨਾਂ ਨਹੀਂ ਕੱਟਦਾ ਦੂਜੇ ਸਕੂਲ ਦੇ ਵਿੱਚ ਉਹ ਚੜ੍ਹ ਨਹੀਂ ਸਕਦਾ। ਸੋ ਮੈਨੂੰ ਲੱਗਦਾ ਕਿ ਜੇ ਇੱਕ ਬੱਚਾ ਇੱਕ ਜਗ੍ਹਾ ਦੇ ਉੱਤੇ ਐਨਰੋਲ ਹੋ ਸਕੂਗਾ ਤਾਂ ਮੁੱਢਲੇ ਤੌਰ ਤੇ ਇੱਕ ਬੱਚੇ ਦਾ ਇੱਕ ਤੋਂ ਵੱਧ ਜਗ੍ਹਾ ਤੋਂ ਵਜ਼ੀਫਾ ਲੈ ਸਕਣਾ ਵੀ ਉਨਾ ਹੀ, ਹਾਲਾਂਕਿ ਗਵਰਨਮੈਂਟ ਨੇ ਕੀਤਾ ਹੋਊਗਾ, ਕਾਫੀ ਵੱਡੇ ਘਪਲੇ ਹੋਏ ਆ, ਪਰ ਹੋਰ ਥੋੜਾ ਧਿਆਨ ਦੇਣ ਦੀ ਲੋੜ ਆ। ਮੈਨੂੰ ਲੱਗਦਾ ਹੈ ਕਿ CBI ਦੀ ਜਾਂਚ 5-7 ਸਾਲ ਤਾਂ ਚੱਲੂਗੀ ਤੇ ਉਸ ਤੋਂ ਬਾਅਦ ਵੇਖੋ ਹੁਣ ਇੱਥੇ ਰੋਕ ਲੱਗਦੀ ਹੈ ਕਿ ਨਾਲ ਹੀ ਚੱਲਦਾ ਰਹਿੰਦਾ ਗੋਰਖ ਧੰਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ।